ਨਾਲ, ਨਾਨਕ ਤੇ ਮੁਖੀ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨ ਅਰ ਬਰਨ ਜਾਤ, ਅਰ ਪਾਤ ਨਹਨ ਜਿਹੇ, ਰੂਪ ਰੰਗ ਅਰ ਰੇਖ, ਭੇਖ ਕੋ ਕਹਿ ਨ ਸਕਤ ਕੇਹ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋ ਜਿ ਕਹਿਜੈ, ਕੋਟ ਇੰਦਰ ਇੰਦਰਾਣ ਸਹੇ ਸਹਾਣ ਗਣਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸਮਤ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸਮਤ। ਪ੍ਰਭ ਜੀ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਪਰਮ ਪੁਰਖ ਪਰਮੇਸ਼ਰ ਸੁਆਮੀ, ਪਾਵਨ ਪੌਨ ਆਹਾਰੀ, ਮਾਧਵ ਮਹਾਜੋਤ ਮਦ ਮਰਦਨ, ਮਾਨ ਮੁਕੰਦ ਮੁਰਾਰੀ, ਨਿਰਵਿਕਾਰ ਨਿਰਜੁਰ ਨਿੰਦਰਾ ਬਿਨ, ਨਿਰਭਿਖ ਨਰਕ ਨਿਵਾਰੀ, ਕਿਰਪਾ ਸਿੰਧ ਕਾਲ ਤ੍ਰੈਦਰਸੀ, ਕੁਕਰਿਤ ਪਰਨਾਸਨਕਾਰੀ, ਧਨੁਰਪਾਨ ਧ੍ਰਿਤਮਾਨ ਤਰਹ ਧਰ, ਅਨ ਬਿਕਾਰ ਅਸ ਧਾਰੀ, ਹਉ ਮਤ ਮੰਦ ਚਰਨ ਸ਼ਰਣਾਗਤ, ਕਰ ਗਹਿ ਲਿਹੋ ਉਭਾਰੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ, ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ, ਇਕ ਅਰਦਾਸ ਪਾਟ ਕੀਰਤ ਕੀ,
ਗੁਰ ਰਾਮਦਾਸ ਰਾਖੋ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੋ ਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਪਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਜਨ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਿਰਦਾ ਦੇਹ ਨਾ ਹੋਤੇ ਆਉਧੂ, ਤਉ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਥੰਭ ਨ ਹੋਤੋ, ਤਾ ਨਿਜ ਘਰ ਬਸਤੋ ਪਵਨ ਅਨਰਾਗੀ। ਹਿਰਦਾ ਦੇਹ ਨਾ ਹੋਤੇ ਆਉਧੂ, ਤਉ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਥੰਭ ਨ ਹੋਤੋ, ਤਾ ਨਿਜ ਘਰ ਬਸਤੋ ਪਵਨ ਅਨਰਾਗੀ। ਰੂਪ ਨਾ ਰੇਖਿਆ ਜਾਤ ਨ ਹੋਤੇ, ਤਉ ਅਕੁਲੇਨ ਰਹਿਤੋ ਸ਼ਬਦ ਸੋ ਸਾਰ। ਗੌਣ ਗਗਨ ਜਬ ਤਬ ਹੈ ਨ ਹੋਤੋ, ਤੇਰੇ ਪਾਵਨ ਜੋਤ ਆਪੇ ਨਿਰੰਕਾਰ। ਵਰਨ ਪੇਖ ਅਸਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਵਰਨ ਪੇਖ ਅਸਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਸਥਾਨ 'ਤੇ ਹਾਜ਼ਰੀਆਂ ਭਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਸਤਿਗੁਰਾਂ ਦੀ ਰੱਬੀ ਬਾਣੀ ਦੇ ਕੀਰਤਨ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ।
ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਆ ਹੈ, ਜੋ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਰਾਮ ਕਲੀ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤਮਈ ਬਾਣੀ ਹੈ ਸਿੱਧ ਗੋਸ਼ਟ। ਸਿੱਧਾਂ ਦੇ ਨਾਲ ਸਤਿਗੁਰਾਂ ਦੇ ਸਵਾਲ ਜਵਾਬ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਮਹਿੰਗੀਆਂ ਬਾਣੀਆਂ ਚੋਂ ਇਹ ਮਹਿੰਗੀ ਬਾਣੀ ਹੈ ਸਿੱਧ ਗੋਸ਼ਟ, ਜਿਹਦੇ 'ਚ ਸਿੱਧਾਂ ਨੇ ਬੜੇ ਬੜੇ ਸੂਖਮ ਸਵਾਲ ਸਤਿਗੁਰਾਂ ਨੂੰ ਕੀਤੇ ਹਨ, ਔਰ ਗੁਰਦੇਵ ਨੇ ਉਹਨਾਂ ਸੂਖਮ ਸਵਾਲਾਂ ਦੇ ਬੜੇ ਸੂਖਮ ਜਵਾਬ ਦਿੱਤੇ ਹਨ। ਸਿੱਧ ਗੋਸ਼ਟ ਬਾਣੀ ਜਿਹਦੇ ਵਿੱਚ ਯੋਗ ਦੇ ਸੰਬੰਧ ਵਿੱਚ, ਆਤਮਾ ਦੇ ਸੰਬੰਧ ਵਿੱਚ, ਮਨ ਦੇ ਸਵਰੂਪ ਦੇ ਸੰਬੰਧ ਵਿੱਚ ਬਹੁਤ ਕੁਝ ਸਤਿਗੁਰਾਂ ਨੇ ਵਰਣਨ ਕੀਤਾ। ਸਿੱਧ ਗੋਸ਼ਟ ਬਾਣੀ ਦਾ ਸੰਪੂਰਨ ਟੀਕਾ ਅਜ ਤੱਕ ਨਹੀਂ ਹੋ ਸਕਿਆ ਤੇ ਨਾ ਹੀ ਸ਼ਾਇਦ ਹੋ ਸਕੇ, ਕਿਉਂਕਿ ਇਤਨੇ ਉੱਚ ਭਾਵ ਵਿੱਚ ਜਾ ਕੇ ਗੁਰੂ ਬਾਬਾ ਜੀ ਨੇ ਬਚਨ ਉਚਾਰਨ ਕੀਤੇ ਨੇ, ਜਿੱਥੇ ਤੱਕ ਸਾਡੀ ਸੁਰਤ ਨਹੀਂ ਪਹੁੰਚ ਸਕਦੀ। ਸਿੱਧ ਵੀ ਚਕਰਤ ਸਨ, ਸਤਿਗੁਰਾਂ ਦੇ ਬਚਨ ਸੁਣ ਕੇ ਹੈਰਾਨ ਸਨ, ਔਰ ਮਹਾਰਾਜ ਜੀ ਦੇ ਚਰਨਾਂ ਤੇ ਝੁਕ ਕੇ ਨਮਸਕਾਰ ਕਰਦਿਆਂ ਉਹਨਾਂ ਸਿੱਧਾਂ ਨੂੰ ਵੀ ਇਹ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਸਿੱਧ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕ ਕੇ ਮਹਾਰਾਜ ਜੀ ਨੂੰ ਕਹਿੰਦੇ, ਗੁਰੂ ਨਾਨਕ ਸਾਹਿਬ ਤੁਹਾਡੀ ਵਡਿਆਈ ਵੱਡੀ ਹੈ। ਉਹ ਸਿੱਧ ਜਿਹੜੇ ਪਹਿਲਾਂ ਬੜੇ ਹੰਕਾਰ ਵਿੱਚ ਸੀ, ਇਹ ਸਮਝਦੇ ਸੀ ਕਿ ਅਸੀਂ ਬੜੀ ਲੰਮੀਆਂ ਉਮਰਾਂ, ਵੱਡੀਆਂ ਉਮਰਾਂ ਵਾਲੇ ਹਾਂ, ਅਸੀਂ ਜਿੰਨਾ ਕੁਝ ਜਾਣਦੇ ਹਾਂ ਇਹ ਬਾਲਕ ਕਿੱਥੇ ਜਾਣਦਾ ਹੋਵੇਗਾ। ਗੁਰੂ ਨਾਨਕ ਸਾਹਿਬ ਨੂੰ ਬਾਲਕ ਕਹਿ ਕੇ ਸੰਬੋਧਨ ਕਰਦੇ ਸੀ। ਪਰ ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ, ਗੁਰਦੇਵ ਦੇ ਚਰਨਾਂ ਤੇ ਝੁਕ ਕੇ ਪ੍ਰਣਾਮ ਕਰਕੇ ਨਮਸਕਾਰ ਕਰਦੇ, ਤੋ ਸਿੱਧ ਮੰਡਲੀ ਨੂੰ ਜਿੱਤ ਕੇ ਗੁਰਦੇਵ ਨੇ ਆਪਣਾ ਪੰਥ ਨਿਰਾਲਾ ਕਰਕੇ ਵਿਖਾਇਆ। ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਸਿੱਧਾਂ ਨੇ ਸਵਾਲ ਕੀਤਾ। ਪਹਿਲੀ ਪੌੜੀ ਦੇ ਵਿੱਚ ਸਵਾਲ ਆਏ ਨੇ, ਜਾ ਇਹੋ ਹਿਰਦਾ ਦੇਹ ਨਾ ਹੋਤੀ, ਤਉ ਮਨ ਕੈਠੈ ਰਹਿਤਾ, ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਪਵਨ ਕਵਨ ਘਰ ਸਹਤਾ, ਰੂਪ ਨਾ ਹੋਤੋ ਰੇਖ ਨਾ ਕਾਈ, ਤਾਂ ਸ਼ਬਦ ਕਹਾਂ ਲਿਵਲਾਈ, ਰਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ, ਵਰਨ ਭੇਖ ਅਸਰੂਪ ਨਾ ਜਾਪੀ, ਕਿਉਂ ਕਰ ਜਾਪਸ ਸਾਚਾ, ਨਾਨਕ ਨਾਮ ਰਤੇ ਬੈਰਾਗੀ, ਇਬ ਤਬ ਸਾਚੋ ਸਾਚਾ। ਇਸ ਪੌੜੀ 'ਚ ਸਵਾਲ ਕੀਤੇ ਨੇ ਸਿੱਧਾਂ ਨੇ ਕਿ ਮਹਾਰਾਜ, ਜਦੋਂ ਇਹ ਹਿਰਦਾ ਨਹੀਂ ਸੀ, ਇਹ ਦੇਹ ਨਹੀਂ ਸੀ, ਤੇ ਮਨ ਕਿੱਥੇ ਰਹਿੰਦਾ ਸੀ? ਪਹਿਲਾ ਸਵਾਲ ਇਹ ਹੈ, ਜਦੋਂ ਆ ਹਿਰਦਾ ਤੇ ਦੇਹ ਹੈ ਹੀ ਨਹੀਂ ਸੀ ਤੇ ਮਨ ਕਿੱਥੇ ਰਹਿੰਦਾ ਸੀ? ਜਦੋਂ ਸਾਡੀ ਨਾਭੀ ਨਹੀਂ ਸੀ, ਕਮਲ ਨਹੀਂ ਸੀ, ਤੇ ਫਿਰ ਜਿਹੜੀ ਸਾਡੇ ਸਰੀਰ 'ਚ ਚੱਲ ਰਹੀ ਪਵਨ ਹੈ, ਇਹ ਕਿੱਥੇ ਰਹਿੰਦੀ ਸੀ? ਇਹ ਦੂਜਾ ਸਵਾਲ। ਜਦੋਂ ਵਰਨ ਭੇਖ ਰੂਪ ਨਹੀਂ ਸੀ, ਉਦੋਂ ਇਹਦੀ ਲਿਵ ਕਿੱਥੇ ਲੱਗੀ ਹੋਈ ਸੀ? ਇਹ ਸਵਾਲ ਕੀਤੇ ਆ ਸਿੱਧਾਂ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਸਵਾਲਾਂ ਦਾ ਜਵਾਬ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਿਰਦਾ ਦੇਹ ਨਾ ਹੋਤੇ ਔਦੁ, ਤਉ ਮਨ ਸੁਨ ਰਹਿ ਬੈਰਾਗੀ। ਸਿੱਧਾਂ ਨੇ ਸਵਾਲ ਕੀਤਾ ਸੀ, ਜਾ ਇਹੋ ਹਿਰਦਾ ਦੇਹ ਨਾ ਹੋਤੀ, ਤਉ ਮਨ ਕੈਠੈ ਰਹਿਤਾ। ਜਦੋਂ ਇਹ ਹਿਰਦਾ ਤੇ ਦੇਹ ਨਹੀਂ ਸੀ, ਉਦੋਂ ਇਹ ਮਨ ਕਿੱਥੇ ਰਹਿੰਦਾ ਸੀ? ਕਿਉਂਕਿ ਮਨ ਤਾਂ ਉਦੋਂ ਵੀ ਹੋਵੇਗਾ ਨਾ।
ਇਹ ਮਨ ਉਦੋਂ ਕਿੱਥੇ ਰਹਿੰਦਾ ਸੀ ਜਦੋਂ ਇਹ ਦੇਹ ਨਹੀਂ ਸੀ, ਹਿਰਦਾ ਨਹੀਂ ਸੀ। ਤਾਂ ਮਹਾਰਾਜ ਜੀ ਦਾ ਜਵਾਬ ਦਿੰਦੇ ਹੈ ਕਿ ਜਦੋਂ ਇਹ ਹਿਰਦਾ ਤੇ ਦੇਹ ਨਹੀਂ ਸੀ, ਹੇ ਅਵਧੂ, ਅਵਧੂ ਉਸ ਸਿੱਧ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ ਜਿਹੜਾ ਅਵਧੂਤ ਸਿੱਧ ਹੈ। ਕਹਿੰਦੇ ਹੇ ਅਵਧੂਤ ਸਿੱਧ, ਜਦੋਂ ਇਹ ਹਿਰਦਾ ਤੇ ਦੇਹ ਨਹੀਂ ਸੀ ਤਉ ਮਨ ਸੁੰਨ ਰਹਿ ਬੈਰਾਗੀ, ਤਾਂ ਉਸ ਵੇਲੇ ਇਹ ਮਨ ਅਫੁਰ ਅਵਸਥਾ ਵਿੱਚ ਨਿਰਚਾਵਾਨ ਹੋ ਕੇ ਬੈਰਾਗੀ ਹੋ ਕੇ ਰਹਿੰਦਾ ਸੀ। ਯਾਨੀ ਕਿ ਉਦੋਂ ਮਨ, ਕਿਉਂਕਿ ਮਨ ਕਿਸ ਨੂੰ ਕਹਿੰਦੇ ਆ? ਮਨ ਫੁਰਨਿਆਂ ਕਫੁਰਨਿਆਂ ਨੂੰ ਕਹਿੰਦੇ ਆ, ਮਨ ਸੰਕਲਪ ਵਿਕਲਪਾਂ ਨੂੰ ਕਹਿੰਦੇ ਆ। ਜਦੋਂ ਇਹ ਹਿਰਦਾ ਤੇ ਦੇਹ ਹੈ ਹੀ ਨਹੀਂ ਸੀ, ਉਦੋਂ ਇਹ ਮਨ ਸੁੰਨ ਅਵਸਥਾ 'ਚ ਰਹਿੰਦਾ ਸੀ, ਅਫੁਰ ਅਵਸਥਾ 'ਚ ਰਹਿੰਦਾ ਸੀ, ਜਿਸ ਨੂੰ ਸੁੰਨ ਮੰਡਲ ਕਹਿੰਦੇ ਹਨ। ਸੁੰਨ ਮੰਡਲ ਉਹ ਮੰਡਲ ਜਿੱਥੇ ਕੋਈ ਫੁਰਨਾ ਕਫੁਰਨਾ ਸੰਕਲਪ ਵਿਕਲਪ ਨਹੀਂ ਹੈ। ਉਸ ਸੁੰਨ ਅਵਸਥਾ ਦੇ ਵਿੱਚ ਇਹ ਮਨ ਵਿਚਰਦਾ ਹੈ, ਉਸ ਸੁੰਨ ਅਵਸਥਾ ਦੇ ਵਿੱਚ ਇਹ ਮਨ ਰਹਿੰਦਾ ਹੈ। ਖਾਲਸਾ ਜੀ, ਉਹ ਸੁੰਨ ਅਵਸਥਾ ਬ੍ਰਹਮ ਦੀ ਅਵਸਥਾ ਹੈ। ਜਦੋਂ ਇਹ ਦੇਹ ਨਹੀਂ ਸੀ, ਹਿਰਦਾ ਨਹੀਂ ਸੀ, ਇਹ ਸੰਸਾਰ ਦਾ ਕੋਈ ਵੀ ਸਰੀਰ ਨਹੀਂ ਸੀ, ਕੋਈ ਵੀ ਹਿਰਦਾ ਨਹੀਂ ਸੀ, ਉਦੋਂ ਜਿਤਨੇ ਵੀ ਜੀਵਾਂ ਦੇ ਜਿਹੜੇ ਮਨ ਨੇ ਬ੍ਰਹਮਾਕਾਰ ਹੋ ਕੇ ਬ੍ਰਹਮ 'ਚ ਹੀ ਵਸਦੇ ਸੀ। ਜਦੋਂ ਬ੍ਰਹਮ ਨੇ ਫੁਰਨਾ ਕੀਤਾ ਕਿ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਤਾਂ ਉਦੋਂ ਸਾਰੇ ਮਨ ਬਣੇ, ਸਾਰੇ ਜੀਵ ਬਣੇ, ਸਾਰੇ ਹਿਰਦੇ ਬਣੇ, ਸਾਰੀਆਂ ਦੇਹਾਂ ਬਣ ਗਈਆਂ। ਪਰ ਜਦੋਂ ਇਹ ਹਿਰਦੇ ਤੇ ਦੇਹਾਂ ਨਹੀਂ ਸਨ, ਉਦੋਂ ਇਹ ਮਨ ਬ੍ਰਹਮ ਦੇ ਵਿੱਚ ਮਿਲ ਕੇ ਬ੍ਰਹਮ ਰੂਪ ਹੋ ਰਿਹਾ ਸੀ। ਉਹਨੂੰ ਕਹਿੰਦੇ ਨੇ ਸੁੰਨ ਅਵਸਥਾ। ਬੈਰਾਗੀ ਦਾ ਮਤਲਬ ਹੁੰਦਾ ਜਿੱਥੇ ਕੋਈ ਖਵਾਹਿਸ਼ ਨਾ ਹੋਵੇ, ਜਿਸ ਨੂੰ ਕੋਈ ਚਾਹਨਾ ਨਾ ਹੋਵੇ, ਜਿਸ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਇੱਛਾ ਨਾ ਹੋਵੇ, ਉਹਨੂੰ ਕਹਿੰਦੇ ਨੇ ਬੈਰਾਗੀ। ਸਾਡੇ ਦੇਸ਼ ਦਾ ਇੱਕ ਮਤ ਵੀ ਹੈ, ਉਸ ਮਤ ਦਾ ਨਾਮ ਵੈਰਾਗੀ ਮਤ ਹੈ। ਰਾਮਾਨੰਦ ਜੀ ਮਹਾਰਾਜ ਉਸ ਵੈਰਾਗੀ ਮਤ ਦੇ ਸਿਰਜਣਹਾਰ ਨੇ। ਉਸ ਵੈਰਾਗੀ ਮਤ ਦੇ ਨਾਲ ਚੱਲਣ ਵਾਲੇ ਲੋਕਾਂ ਨੂੰ ਖਾਲਸਾ ਵੀ ਕਹਿੰਦੇ ਆ। ਵੈਰਾਗੀ ਮਤ, ਉਹਨੂੰ ਖਾਲਸਾ ਵੀ ਕਹਿੰਦੇ ਆ। ਤੋ ਉਹ ਵੈਰਾਗੀ ਨਿਰਚਾਵਾਨ ਹੋ ਜੇ, ਜਿਹਦੇ ਅੰਦਰ ਕੋਈ ਖਵਾਹਿਸ਼ ਨਾ ਹੋਵੇ, ਗੁਰਮਤਿ ਵਿੱਚ ਵੈਰਾਗੀ ਉਹਨੂੰ ਕਹਿੰਦੇ ਹਨ। ਕਹਿੰਦੇ ਜਦੋਂ ਇਹ ਮਨ ਸੁੰਨ ਅਵਸਥਾ ਵਿੱਚ ਸੀ, ਬ੍ਰਹਮ ਸਰੂਪ ਵਿੱਚ ਸੀ, ਰਹਿ ਬੈਰਾਗੀ, ਉਹਦੇ ਨੂੰ ਕੋਈ ਚਾਹਨਾ ਨਹੀਂ ਸੀ, ਕੋਈ ਇੱਛਾ ਨਹੀਂ ਸੀ, ਕੋਈ ਖਵਾਹਿਸ਼ ਨਹੀਂ ਸੀ। ਬ੍ਰਹਮ ਨੂੰ ਕੀ ਇੱਛਾ ਹੋ ਸਕਦੀ ਹੈ? ਆਖੋ ਸਤਿਨਾਮ ਸ੍ਰੀ ਸ੍ਰੀ ਵਾਹਿਗੁਰੂ। ਇੱਛਾ ਸਾਡੇ ਵਰਗੇ ਜੀਵਾਂ ਨੂੰ ਤਾਂ ਹੁੰਦੀ ਹੈ, ਪਰ ਜਦੋਂ ਬ੍ਰਹਮਾਕਾਰ ਬਿਰਤੀ ਬਣ ਜਾਏ, ਜਿਸ ਨੂੰ ਆਪਾਂ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਆ, ਉਸ ਬ੍ਰਹਮ ਗਿਆਨ ਨੂੰ ਨਹੀਂ ਤਾਂ ਕੋਈ ਇੱਛਾ ਫੁਰਦੀ ਨਹੀਂ। ਬ੍ਰਹਮ ਨੂੰ ਕੀ ਇੱਛਾ ਹੋ ਸਕਦੀ ਹੈ? ਉਹਨੂੰ ਤਾਂ ਕਿਸੇ ਵਸਤੂ ਦੀ ਲੋੜ ਹੈ ਹੀ ਨਹੀਂ, ਉਹ ਤਾਂ ਆਪਣੇ ਆਪ ਵਿੱਚ ਸੰਪੂਰਨ ਹੈ। ਜੋ ਆਪਣੇ ਆਪ ਵਿੱਚ ਸੰਪੂਰਨ ਹੋਵੇ, ਉਸ ਨੂੰ ਇੱਛਾ ਹੋ ਹੀ ਨਹੀਂ ਸਕਦੀ। ਇੱਛਾ ਹੁੰਦੀ ਆ ਅਧੂਰਿਆਂ ਨੂੰ, ਜਿਹੜੇ ਆਪਣੇ ਆਪ 'ਚ ਅਧੂਰੇ ਹੋਣ, ਉਹਨੂੰ ਦੂਜੇ ਤੋਂ ਇੱਛਾ ਹੁੰਦੀ ਹੈ। ਮੇਰੀਆਂ ਬਹੁਤ ਸਾਰੀਆਂ ਲੋੜਾਂ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਜਿਹੜੀਆਂ ਅਸੀਂ ਆਪਣੇ ਆਪ ਪੂਰੀਆਂ ਨਹੀਂ ਕਰ ਸਕਦੇ, ਅਸੀਂ ਦੂਜੇ ਤੋਂ ਇੱਛਾ ਰੱਖਦੇ ਹਾਂ। ਸਾਨੂੰ ਕੱਪੜਾ ਚਾਹੀਦਾ, ਕੱਪੜੇ ਵਾਸਤੇ ਸਾਨੂੰ ਕਿਸੇ ਦੂਸਰੇ ਦੀ ਇੱਛਾ ਹੋਵੇਗੀ, ਉਹ ਕੱਪੜਾ ਬਣਾਵੇਗਾ, ਉਹਦੇ ਕੋਲ ਜਾ ਕੇ ਖਰੀਦਾਂਗੇ, ਲਵਾਂਗੇ। ਸਾਨੂੰ ਭੋਜਨ ਦੀ ਇੱਛਾ ਹੈ, ਭੋਜਨ ਵਾਸਤੇ ਵੀ ਜਾ ਕੇ ਖਰੀਦ ਕਰਾਂਗੇ, ਅੰਨ ਖਰੀਦਾਂਗੇ, ਰਸਤ ਬਸਤ ਖਰੀਦਾਂਗੇ। ਸਾਨੂੰ ਤਾਂ ਹਰ ਵੇਲੇ ਇੱਛਾ ਰੱਖਣੀ ਪੈਂਦੀ ਹੈ। ਪਰ ਬ੍ਰਹਮ ਤਾਂ ਆਪਣੇ ਆਪ 'ਚ ਸੰਪੂਰਨ ਹੈ, ਉਹਨੂੰ ਤਾਂ ਕੋਈ ਇੱਛਾ ਹੈ ਹੀ ਨਹੀਂ, ਉਹਨੂੰ ਕਿਸੇ ਤੋਂ ਕੋਈ ਜ਼ਰੂਰਤ ਹੀ ਨਹੀਂ, ਬੇਮੁਹਤਾਜ ਹੈ। ਅਸੀਂ ਮੁਹਤਾਜ ਹਾਂ, ਉਹ ਬੇਮੁਹਤਾਜ ਹੈ। ਇਸ ਕਰਕੇ ਉਹ ਸਦਾ ਹੀ ਵੈਰਾਗੀ ਹੈ, ਨਿਰਚਾਵਾਨ ਹੈ, ਉਹਨੂੰ ਕੋਈ ਵੀ ਖਵਾਹਿਸ਼ ਨਹੀਂ। ਰਾਏ ਬੁਲਾਰ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਮੈਂ ਤੁਹਾਡਾ ਸੇਵਕ ਹਾਂ, ਮੇਰੇ ਪ੍ਰਤੀ ਕੋਈ ਆਪਣੀ ਇੱਛਾ ਦੱਸੋ ਮੈਂ ਜਿਹੜੀ ਪੂਰੀ ਕਰ ਸਕਾਂ। ਤੇ ਸਾਹਿਬ ਕਹਿਣ ਲੱਗੇ, ਰਾਏ ਬੁਲਾਰ ਸਾਡੀਆਂ ਸਾਰੀਆਂ ਇੱਛਾਵਾਂ ਕਰਤਾਰ ਨੇ ਪੂਰਨ ਕਰ ਦਿੱਤੀਆਂ ਨੇ। ਜੇ ਕੋਈ ਇੱਛਾ ਹੋਵੇਗੀ ਵੀ ਤਾਂ ਕਰਤਾਰ ਕੋਲੋਂ ਕਰਾਂਗੇ, ਤੇਰੇ ਕੋਲ ਕਿਉਂ ਕਰੀਏ। ਇਹ ਆ ਗੁਰੂ ਨਾਨਕ ਸਾਹਿਬ ਦਾ ਮਤ।
ਉਹ ਕਹਿੰਦਾ ਮਹਾਰਾਜ ਮੈਂ ਸੇਵਾ ਕਰਨਾ ਚਾਹੁੰਦਾ ਕਿ ਮੈਂ ਜਿਹੜੀ ਤੁਹਾਡੀ ਸੇਵਾ ਕਰਾਂ, ਜਿਹੜਾ ਕੋਈ ਪਦਾਰਥ ਤੁਹਾਡੀ ਸੇਵਾ 'ਚ ਲਾਵਾਂ, ਮੈਂ ਉਸੇ ਨੂੰ ਸਫਲ ਸਮਝਾਂਗਾ, ਬਾਕੀ ਮੇਰੇ ਕੋਲ ਜੋ ਕੁਝ ਵੀ ਹੈ ਸਭ ਨਿਸ਼ਫਲ। ਪਰ ਸਤਿਗੁਰੂ ਜੀ ਕਹਿੰਦੇ ਸਾਨੂੰ ਕੋਈ ਖਵਾਹਿਸ਼ ਹੈ ਹੀ ਨਹੀਂ। ਜਿਸ ਨੂੰ ਕੋਈ ਖਵਾਹਿਸ਼ ਨਾ ਹੋਵੇ, ਕੋਈ ਇੱਛਾ ਨਾ ਹੋਵੇ, ਉਹਨੂੰ ਕਹਿੰਦੇ ਨੇ ਬੈਰਾਗੀ। ਜਦੋਂ ਇਹ ਦੇਹ ਤੇ ਹਿਰਦਾ ਪਰਮੇਸ਼ਰ ਨੇ ਨਹੀਂ ਸੀ ਸਿਰਜਿਆ ਤਾਂ ਇਹ ਮਨ ਵੀ ਵੈਰਾਗੀ ਹੋ ਕੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਵਰੂਪ ਵਿੱਚ ਮਿਲ ਕੇ ਰਹਿੰਦਾ ਸੀ। ਨਾਭ ਕਮਲ ਅਸਥੰਭ ਨਾ ਹੋਤੋ, ਤਾ ਨਿਜ ਕਰ ਬਸਤੋ ਪਵਨ ਅਨਰਾਗੀ। ਸਿੱਧਾਂ ਨੇ ਦੂਸਰਾ ਸਵਾਲ ਕੀਤਾ ਸੀ ਸਤਿਗੁਰਾਂ ਕੋਲ, ਨਾਭ ਕਮਲ ਅਸਥੰਭ ਨਾ ਹੋਤੋ ਤਾਂ ਪਵਨ ਕਵਨ ਕਰ ਸਹਿਤਾ। ਸਾਡੀ ਜਿਹੜੀ ਨਾਭੀ ਹੈ, ਇੱਥੇ ਹਵਾ ਸਾਡੀ ਇਕੱਠੀ ਹੈ, ਪੌਣ ਜਿਹਨੂੰ ਕਹਿੰਦੇ ਨਾਭੀ ਦੀ ਗੰਢ ਹਵਾ ਦੀ, ਉਹ ਸਾਡੀ ਨਾਭੀ ਵਿੱਚ ਇਕੱਠੀ ਹੈ। ਉਸ ਨਾਭੀ ਚੋਂ ਹੀ ਪਵਨ ਉੱਪਰ ਉੱਠਦੀ ਆ, ਨੱਕ ਦੁਆਰਾ 12 ਉਂਗਲਾਂ ਬਾਹਰ ਜਾਂਦੀ ਹੈ, ਫਿਰ ਅੰਦਰ ਜਾਂਦੀ ਹੈ। ਉਹ ਸਵਾਸ ਦੀ ਜਿਹੜੀ ਪ੍ਰਕਿਰਿਆ ਹੈ, ਉਹ ਨਾਭੀ ਦੇ ਵਿੱਚ ਜਿਹੜੀ ਗੰਢ ਵੱਜੀ ਹੋਈ ਹੈ ਨਾ ਹਵਾ ਦੀ, ਉਹਦੇ ਕਰਕੇ ਚੱਲ ਰਹੀ। ਜਦੋਂ ਗੰਢ ਖੁੱਲ ਗਈ ਫਿਰ ਹਵਾ ਬਾਹਰ ਜਾਏਗੀ, ਮੁੜ ਕੇ ਵਾਪਸ ਨਹੀਂ ਆਉਣੀ। ਉਹ ਨਾਭੀ ਦੀ ਗੰਢ ਹੈ ਹਵਾ ਦੀ, ਉਹਦੇ ਆਸਰੇ ਪਵਨ ਜਿਹੜੀ ਹੈ ਸਾਡੇ ਸਰੀਰ 'ਚ ਸਵਾਸ ਜਿਹਨੂੰ ਆਪਾਂ ਕਹਿੰਦੇ ਆ ਪ੍ਰਾਣ, ਉਹ ਚੱਲ ਰਹੇ ਨੇ। ਸਿੱਧ ਕਹਿੰਦੇ ਜਦੋਂ ਇਹ ਨਾਭੀ ਨਹੀਂ ਸੀ, ਨਾਭੀ ਦੀ ਗੰਢ ਨਹੀਂ ਸੀ, ਸਤੰਭ ਕਹਿੰਦੇ ਜਿੱਥੇ ਰੁਕੀ ਹੋਈ ਹੈ ਪਵਨ, ਇਹ ਨਹੀਂ ਸੀ, ਉਦੋਂ ਇਹ ਪਵਨ ਕਿੱਥੇ ਰਹਿੰਦੀ ਸੀ? ਉਹਨਾਂ ਦਾ ਇਹ ਸਵਾਲ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਇਹ ਨਾਭੀ ਕਮਲ ਨਹੀਂ ਸੀ, ਇਹਦੇ ਦੇ ਵਿੱਚ ਟਿਕਣ ਵਾਲੀ ਜਿਹੜੀ ਉਹ ਗੰਢ ਸੀ, ਸਤੰਭ ਆਸਰਾ ਨਹੀਂ ਸੀ, ਕਹਿੰਦੇ ਉਸ ਵਕਤ ਵੀ ਇਹ ਪਵਨ ਸੀ, ਔਰ ਇਹ ਪਵਨ ਉਸ ਬ੍ਰਹਮ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਵਸਦੀ ਸੀ। ਉਹਦੇ ਵਿੱਚ ਇਹਦਾ ਅਨੁਰਾਗ ਸੀ, ਉਹਦੇ ਵਿੱਚ ਇਹਦੀ ਪ੍ਰੀਤ ਸੀ। ਇਹ ਪਵਨ ਉਸ ਬ੍ਰਹਮ ਸਰੂਪ ਪਰਮੇਸ਼ਰ ਵਿੱਚ ਮਿਲੀ ਹੋਈ ਸੀ। ਸਤਿਗੁਰੂ ਜੀ ਸਾਨੂੰ ਚੇਤਾ ਕਰਾ ਰਹੇ ਨੇ ਕਿ ਸਾਡਾ ਅਸਲ ਸਰੂਪ ਕੀ ਹੈ, ਕਿ ਇਹ ਪਵਨ ਜਿਸ ਵਿੱਚ ਮਿਲੀ ਹੋਈ ਹੈ ਉਹ ਬ੍ਰਹਮ ਅਕਾਲ ਪੁਰਖ, ਉਹ ਸਾਡਾ ਸਰੂਪ ਹੈ। ਇਹ ਪ੍ਰਾਣ ਸਾਡਾ ਸਰੂਪ ਨਹੀਂ ਹਨ। ਇਹ ਪ੍ਰਾਣ ਜਿਸ ਵਿੱਚ ਮਿਲੇ ਹੋਏ ਨੇ ਉਹ ਸਾਡਾ ਸਰੂਪ ਹੈ। ਤੋ ਪਾਤਸ਼ਾਹ ਕਹਿੰਦੇ ਜਦੋਂ ਨਾਭੀ ਨਹੀਂ ਸੀ, ਹਿਰਦੇ ਦਾ ਕਮਲ ਨਹੀਂ ਸੀ, ਜਿੱਥੇ ਹਵਾ ਟਿਕੀ ਹੋਈ ਹੈ ਨਾਭੀ ਦੀ ਗੰਢ ਅਸਥੰਭ ਨਹੀਂ ਸੀ, ਤਾਂ ਨਿਜ ਘਰ ਬਸਤੋ ਪਵਨ ਅਨਰਾਗੀ। ਇਹ ਪਵਨ ਆਪਣੇ ਨਿਜ ਘਰ 'ਚ ਵਸਦੀ ਸੀ ਜਿੱਥੋਂ ਪੈਦਾ ਹੋਈ ਹੈ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ। ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਇਹ ਪਵਨ ਬਣੀ ਹੈ। ਇਹ ਪਵਨ ਸੱਚ ਸਰੂਪ ਪਰਮੇਸ਼ਰ ਵਿੱਚ ਮਿਲੀ ਹੋਈ ਸੀ, ਉਹਦੇ ਵਿੱਚ ਹੀ ਇਹਦਾ ਨਿਵਾਸ ਸੀ। ਜਦੋਂ ਉਸ ਸੱਚ ਤੋਂ ਪਵਨ ਬਣੀ, ਪਵਨ ਤੋਂ ਜਲ ਬਣਿਆ, ਜਲ ਤੋਂ ਤਿੰਨੇ ਭਵਨ ਸਿਰਜੇ ਗਏ। ਜਲ ਤੋਂ ਤਿੰਨੇ ਭਵਨਾਂ ਦੀ ਰਚਨਾ ਹੋ ਗਈ। ਤੋ ਇਹ ਪਵਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਹੀ ਅਨੁਰਾਗੀ ਹੋ ਕੇ ਵਸਦੀ ਸੀ। ਰੂਪ ਨਾ ਰੇਖਿਆ ਜਾਤ ਨਾ ਹੋਤੀ, ਤਉ ਅਕੁਲੀਨ ਰਹਿਤੋ ਸ਼ਬਦ ਸੋ ਸਾਰ। ਫਿਰ ਉਹਨਾਂ ਨੇ ਤੀਸਰਾ ਸਵਾਲ ਕੀਤਾ ਸਿੱਧਾਂ ਨੇ, ਰੂਪ ਨਾ ਹੋਤੋ ਰੇਖ ਨਾ ਕਾਈ, ਤਾਂ ਸ਼ਬਦ ਕਹਾਂ ਲਿਵ ਲਾਈ। ਜਦੋਂ ਰੂਪ ਰੇਖ ਨਹੀਂ ਸੀ ਤੇ ਸ਼ਬਦ ਦੀ ਲਿਵ ਕਿੱਥੇ ਲੱਗੀ ਹੋਈ ਸੀ? ਮਹਾਰਾਜ ਜੀ ਕਹਿੰਦੇ ਜਦੋਂ ਇਹ ਰੂਪ ਨਹੀਂ ਸੀ, ਰੂਪ ਨਾ ਰੇਖਿਆ ਨਾ ਰੇਖਾ ਸੀ, ਆ ਸਾਡੀਆਂ ਜਿਹੜੀਆਂ ਰੇਖਾਵਾਂ ਨੇ ਇਹ ਨਹੀਂ ਸਨ, ਰੂਪ ਨਹੀਂ ਸੀ, ਜਾਤ ਨਹੀਂ ਸੀ, ਤਾਂ ਅਕੁਲੀਨ ਕੁੱਲ ਤੋਂ ਰਹਿਤ। ਜਨਮ ਤੋਂ ਬਾਅਦ ਕੁੱਲ ਬਣਦੀ ਹੈ ਨਾ, ਵੀ ਜਿਹੜੀ ਕੁੱਲ 'ਚ ਜਨਮ ਲਿਆ, ਜਨਮ ਤੋਂ ਪਹਿਲਾਂ ਤਾਂ ਕੋਈ ਕੁੱਲ ਨਹੀਂ ਨਾ। ਅਕੁਲੀਨ ਕੁੱਲ ਤੋਂ ਰਹਿਤ, ਸ਼ਬਦ ਸੋ ਸਾਰ। ਕਹਿੰਦੇ ਜਿਹੜਾ ਸਾਰ ਰੂਪ ਹੋ ਕੇ ਸ਼ਬਦ ਸੀ ਉਦੋਂ ਸਾਰੇ ਪਾਸੇ ਵਿਆਪਕ ਸੀ। ਸਾਡੇ ਜਨਮ ਤੋਂ, ਸਾਡੇ ਰੂਪ ਰੰਗ ਰੇਖ ਚਿਹਨ ਵਰਨ ਤੋਂ ਵੀ ਪਹਿਲਾਂ ਪਰਮੇਸ਼ਰ ਦਾ ਸ਼ਬਦ ਸਰਬ ਥਾਵਾਂ ਤੇ ਵਿਆਪਕ ਸੀ। ਸ਼ਬਦ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਸ਼ਬਦ ਸਾਡੇ ਮਰਨ ਤੋਂ ਬਾਅਦ ਵੀ ਰਹੇਗਾ, ਕਿਉਂਕਿ ਸ਼ਬਦ ਸदैवी ਹੈ, ਸਤ ਹੈ, ਉਹਦੀ ਹਸਤੀ, ਉਹਦਾ ਵਜੂਦ ਸदैवी ਹੈ। ਹਾਂਜੀ। ਗੌਣ ਗਗਨ ਜਬ ਤਬ ਹੈ ਨਾ ਹੋਤੋ,
ਤੇਰ ਭਵਨ ਜੋਤ ਆਪੇ ਨਿਰੰਕਾਰ। ਫਿਰ ਉਹਨੇ ਪੁੱਛਿਆ ਸੀ, ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ। ਜਦੋਂ ਆ ਰਕਤ ਬਿੰਦ ਦੀ ਆ ਸਰੀਰ ਦੀ ਰਚਨਾ ਨਹੀਂ ਸੀ, ਇਹ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ, ਉਦੋਂ ਜੋਤ ਕਿੱਥੇ ਰਹਿੰਦੀ ਸੀ? ਮਹਾਰਾਜ ਜੀ ਕਹਿੰਦੇ, ਜਦੋਂ ਗੌਨ ਗਗਨ ਜਬ ਤਬੈ ਨਾ ਹੋਤੋ, ਜਦੋਂ ਇਹ ਗਗਨ ਨਹੀਂ ਸੀ, ਧਰਤੀ ਨਹੀਂ ਸੀ, ਕੁਝ ਵੀ ਨਹੀਂ ਸੀ, ਉਦੋਂ ਪ੍ਰਮਾਤਮਾ ਜੋਤੀ ਸਰੂਪ ਹੋ ਕੇ ਸਰਬ ਥਾਈਂ ਵਿਆਪਕ ਸੀ। ਪ੍ਰਮਾਤਮਾ ਉਦੋਂ ਵੀ ਸੀ ਜਦੋਂ ਅਰਬਦ ਨਰਬਦ ਧੁੰਦੂਕਾਰਾ ਦੀ ਖੇਡ ਸੀ ਨਾ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਉਦੋਂ ਵੀ ਵਿਆਪਕ ਸੀ। ਸਾਰ ਰੂਪ ਹੋ ਕੇ, ਉਹ ਨਿਰੰਕਾਰ ਜੋਤੀ ਸਰੂਪ ਹੋ ਕੇ ਉਦੋਂ ਵੀ ਸਰਬ ਥਾਈਂ ਵਿਆਪਕ ਸੀ। ਵਰਨ ਭੇਖ ਅਸਰੂਪ ਸੋ ਏਕੋ ਸ਼ਬਦ ਵਿਡਾਣੀ। ਇਹ ਜਿਤਨੇ ਵਰਣ ਨੇ, ਜਿਤਨੇ ਭੇਖ ਨੇ, ਜਿਤਨੇ ਸਵਰੂਪ ਨੇ, ਇਹ ਸਭ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਨੇ ਧਾਰਨ ਕੀਤੇ ਹੈ। ਇੱਕੋ ਸ਼ਬਦ ਵਿਡਾਣੀ, ਇੱਕੋ ਹੀ ਸ਼ਬਦ ਰੂਪ ਹੋ ਕੇ, ਅਸਚਰਜ ਰੂਪ ਹੋ ਕੇ ਉਹ ਸਾਰਿਆਂ ਵਿੱਚ ਵਿਆਪਕ ਹੈ। ਸਾਰਿਆਂ ਵਰਨਾ, ਸਾਰਿਆਂ ਭੇਖਾਂ, ਸਾਰਿਆਂ ਰੂਪਾਂ ਵਿੱਚ ਇੱਕੋ ਹੀ ਵਸਦਾ ਹੈ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਉਸ ਸੱਚ ਤੋਂ ਬਿਨਾ ਕੋਈ ਵੀ ਸੁੱਚਾ ਨਹੀਂ ਹੈ, ਪਵਿੱਤਰ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਪਾਤਸ਼ਾਹ ਫਰਮਾਉਂਦੇ, ਪਰਮੇਸ਼ਰ ਦੀ ਕਹਾਣੀ ਅਕਥ ਹੈ, ਜੋ ਕਥਨ ਵਿੱਚ ਨਹੀਂ ਆਉਂਦੀ। ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁਖ ਬਿਨ ਸਜਾਏ। ਪਾਤਸ਼ਾਹ ਕਹਿੰਦੇ ਆ, ਕਿੱਥੇ ਕਿੱਥੇ ਕਿਤ ਕਿਤ ਬਿਦ ਜਗ ਉਪਜੈ ਪੁਰਖਾ। ਕਹਿੰਦੇ ਕਿਸ ਕਿਸ ਪ੍ਰਕਾਰ ਨਾਲ ਇਸ ਜਗਤ ਵਿੱਚ ਇਹ ਜੀਵ, ਇਹ ਸੰਸਾਰ ਦੇ ਜੀਵ ਪੈਦਾ ਹੁੰਦੇ ਆ। ਸਵਾਲ ਹੈ, ਸਿੱਧਾ ਨੇ ਪੁੱਛਿਆ ਜੀ, ਇਹ ਕਿਵੇਂ ਪੈਦਾ ਹੁੰਦੇ ਆ? ਕਿਤ ਬਿਦ ਦੁੱਖ ਬਿਨ ਸਜਾਈ, ਕਿਵੇਂ ਦੁੱਖਾਂ ਕਰਕੇ ਬਿਨਸ ਜਾਂਦੇ ਆ? ਪੈਦਾ ਕਿਵੇਂ ਹੁੰਦੇ ਆ ਤੇ ਦੁੱਖਾਂ ਕਰਕੇ ਬਿਨਸ ਕਿਵੇਂ ਜਾਂਦੇ ਆ? ਇਹ ਸਵਾਲ, ਦੋ ਸਵਾਲ ਨੇ। ਪਹਿਲਾ ਸਵਾਲ ਹੈ, ਕਿਸ ਪ੍ਰਕਾਰ ਨਾਲ ਇਹ ਜਗਤ ਦੇ ਵਿੱਚ ਪੁਰਖ ਜੀਵ ਪੈਦਾ ਹੁੰਦੇ ਆ? ਦੁੱਖਾਂ ਕਰਕੇ ਕਿਵੇਂ ਬਿਨਸ ਜਾਂਦੇ ਆ? ਇਹ ਦੋ ਸਵਾਲ, ਇਹਨਾਂ ਦਾ ਜਵਾਬ ਅਗਲੀ ਪੰਕਤੀ 'ਚ ਦਿੰਦੇ ਸਤਿਗੁਰੂ ਜੀ। ਹਉ ਮੈਂ ਵਿੱਚ ਜਗ ਉਪਜੈ ਪੁਰਖਾ। ਪਹਿਲੇ ਸਵਾਲ ਦਾ ਜਵਾਬ ਦਿੰਦੇ ਆ, ਪੈਦਾ ਕਿਵੇਂ ਹੋਏ? ਤਾਂ ਮਹਾਰਾਜ ਜੀ ਕਹਿੰਦੇ, ਹੇ ਪੁਰਖਾ, ਇਹ ਜਿਤਨੇ ਵੀ ਜੀਵ ਨੇ ਹਉਮੈ ਵਿੱਚ ਪੈਦਾ ਹੁੰਦੇ ਆ। ਸਾਰਾ ਸੰਸਾਰ ਹਉਮੈ ਕਰਕੇ ਉਪਜਦਾ। ਹਉ ਵਿੱਚ ਆਇਆ, ਹਉ ਵਿੱਚ ਗਿਆ। ਇਹ ਜਿਤਨਾ ਵੀ ਜਗਤ ਉਪਜਿਆ, ਪਾਤਸ਼ਾਹ ਕਹਿੰਦੇ ਹਉਮੈ ਕਰਕੇ ਉਪਜਿਆ। ਸਾਡਾ ਸਾਰਿਆਂ ਦਾ ਜਨਮ ਕਿਉਂ ਹੁੰਦਾ? ਬਾਰ-ਬਾਰ ਕਿਉਂ ਜੰਮਦੇ ਆ? ਹਉਮੈ ਕਰਕੇ ਜੰਮਦੇ ਆ। ਜਿਨ੍ਹਾਂ ਅੰਦਰੋਂ ਹਉਮੈ ਮਿਟ ਜਾਂਦੀ ਹੈ, ਉਹਨਾਂ ਦਾ ਜਨਮ ਵੀ ਮਿਟ ਜਾਂਦਾ ਹੈ। ਜਿਨ੍ਹਾਂ ਚੋਂ ਹਉਮੈ ਨਹੀਂ ਜਾਂਦੀ, ਉਹ ਜੰਮਦੇ ਰਹਿੰਦੇ ਆ ਮੁੜ ਮੁੜ ਕੇ। ਹਉਮੈ ਹੀ ਮੁੜ ਮੁੜ ਕੇ ਲੈ ਕੇ ਆਉਂਦੀ ਹੈ ਸੰਸਾਰ 'ਚ। ਹਉਮੈ ਹੀ ਮੁੜ ਮੁੜ ਕੇ ਜਨਮ ਤੇ ਮਰਨ ਦਾ ਮੂਲਤଃ ਕਾਰਨ ਬਣਦੀ ਹੈ। ਜਿਸ ਦਿਨ ਇਹ ਮਨ ਨਿਰਾਕਾਰ ਪਰਮੇਸ਼ਰ ਵਿੱਚ ਜਾ ਕੇ ਇੱਕਮਿਕ ਹੋ ਜਾਂਦਾ, ਸਮਝ ਜਾਂਦਾ ਕਿ ਮੈਂ ਸਰੀਰ ਨਹੀਂ ਹਾਂ, ਇਸ ਸਰੀਰ ਦਾ ਦ੍ਰਿਸ਼ਟਾ, ਇਹਨੂੰ ਵੇਖਣ ਵਾਲਾ, ਇਸ ਦਾ ਚੇਤਨ ਹਾਂ, ਸਾਖਸ਼ੀ ਹਾਂ, ਬ੍ਰਹਮ ਸਰੂਪ ਹਾਂ, ਉਸ ਦਿਨ ਇਹ ਸਰੀਰ ਧਾਰਨ ਕਰਨ ਤੋਂ ਰਹਿਤ ਹੋ ਕੇ ਜਨਮ ਮਰਨ ਤੋਂ ਮੁਕਤ ਹੋ ਜਾਂਦਾ। ਪਰ ਜਦੋਂ ਤੱਕ ਹਉਮੈ ਬਣੀ ਹੋਈ ਹੈ, ਮੈਂ ਸਰੀਰ ਹਾਂ, ਮੈਂ ਫਲਾਣੇ ਦਾ ਪੁੱਤ ਹਾਂ, ਫਲਾਣਾ ਮੇਰਾ ਨਾਮ ਹੈ, ਫਲਾਣੇ ਨਗਰ ਦਾ ਰਹਿਣ ਵਾਲਾ, ਫਲਾਣੀ ਮੇਰੀ ਜਾਤੀ ਹੈ, ਫਲਾਣਾ ਮੇਰਾ ਮਜ਼ਹਬ ਹੈ, ਜਦੋਂ ਤੱਕ ਸਰੀਰ ਨਾਲ ਜੁੜਿਆ ਹੋਇਆ, ਮੁੜ ਮੁੜ ਕੇ ਫਿਰ ਸਰੀਰ 'ਚ ਭਟਕਦਾ ਰਹਿੰਦਾ। ਕਿਉਂਕਿ ਹਉਮੈ ਹੈ ਨਾ, ਉਹ ਹਉਮੈ ਮੁੜ ਮੁੜ ਕੇ ਫਿਰ ਜਨਮ ਦੇਈ ਜਾਂਦੀ ਹੈ। ਹਉਮੈ ਕਰਕੇ ਹੀ ਪਾਤਸ਼ਾਹ ਕਹਿੰਦੇ ਜਗਤ ਉਪਜਦਾ ਹੈ। ਹਉਮੈ ਵਿੱਚ ਜਗ ਉਪਜੈ ਪੁਰਖਾ। ਹੇ ਪੁਰਖਾ, ਹਉਮੈ ਕਰਕੇ ਜਗਤ ਉਪਜਦਾ ਹੈ, ਹਉਮੈ ਕਰਕੇ ਜੀਵ ਪੈਦਾ ਹੁੰਦੇ ਹਨ। ਨਾਮ ਵਿਸਰਿਆ ਦੁੱਖ ਪਾਏ। ਦੂਸਰਾ ਸਵਾਲ ਸੀ ਵੀ ਕਿਵੇਂ ਦੁੱਖ ਕਰਕੇ ਬਿਨਸ ਜਾਂਦਾ? ਕਿਉਂ ਦੁੱਖ ਕਰਕੇ ਬਿਨਸਦਾ?
ਦੁਖੀ ਹੋ ਕੇ ਕਿਉਂ ਬਿਨਸਦਾ, ਖਤਮ ਕਿਉਂ ਹੁੰਦਾ? ਤਾਂ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਵਿਸਰਨ ਕਰਕੇ ਹੀ ਇਹ ਦੁੱਖ ਪਾਉਂਦਾ ਤੇ ਮੁੱਕ ਜਾਂਦਾ ਹੈ। ਇਹ ਦੁਖੀ ਇਸ ਕਰਕੇ ਹੁੰਦਾ ਕਿਉਂਕਿ ਇਹਨੂੰ ਪਰਮੇਸ਼ਰ ਦਾ, ਅਕਾਲ ਪੁਰਖ ਦਾ ਨਾਮ ਵਿਸਰਿਆ ਹੋਇਆ। ਨਾਮ ਵਿਸਰਿਆ ਦੁੱਖ ਪਾਈ। ਪਰਮੇਸ਼ਰ ਦਾ ਨਾਮ ਇਹਨੂੰ ਵਿਸਰਦਾ, ਇਸ ਕਰਕੇ ਦੁੱਖ ਪਾਉਂਦਾ। ਉੱਤੇ ਸਿੱਧਾ ਨੇ ਸਵਾਲ ਕੀਤਾ ਨੇ ਵੀ ਕਿਉਂ ਦੁੱਖ ਪਾਉਂਦਾ ਜੀਵ, ਤੇ ਦੁੱਖ 'ਚ ਹੀ ਮਰ ਜਾਂਦਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਦੁੱਖ ਪਾਉਂਦਾ ਕਿਉਂਕਿ ਇਹਨੂੰ ਪਰਮੇਸ਼ਰ ਦਾ ਨਾਮ ਵਿਸਰਿਆ ਹੋਇਆ, ਹਰੀ ਦਾ ਨਾਮ ਵਿਸਰਿਆ ਹੋਇਆ। ਜੇ ਹਰੀ ਦਾ ਨਾਮ ਚੇਤੇ ਹੋਵੇ ਤੇ ਇਹਦੇ ਦੁੱਖ ਦੂਰ ਹੋ ਜਾਣ। ਪਰਮੇਸ਼ਰ ਦਾ ਨਾਮ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਦੁੱਖ ਹਰਤਾ ਹਰ ਨਾਮ ਪਛਾਨੋ, ਦੁੱਖ ਹਰਤਾ ਹਰ ਨਾਮ ਪਛਾਨੋ, ਦੁੱਖ ਹਰਤਾ ਹਰ ਨਾਮ ਪਛਾਨੋ, ਦੁੱਖ ਹਰਤਾ ਹਰ ਨਾਮ ਪਛਾਨੋ। ਦੁੱਖਾਂ ਨੂੰ ਹਰਨ ਵਾਲਾ ਹਰੀ ਦਾ ਨਾਮ ਹੈ। ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੇ ਨਾਮ ਬਿਨਾ ਦੁੱਖ ਪਾਵੈ। ਹਰੀ ਦੇ ਨਾਮ ਤੋਂ ਬਿਨਾ ਦੁੱਖ ਪਾਉਂਦਾ। ਹਰੀ ਦੇ ਨਾਮ ਤੋਂ ਬਿਨਾ ਦੁੱਖਾਂ ਕਰਕੇ ਹੀ ਇਹਦੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਔਰ ਅਖੀਰ ਨੂੰ ਦੁੱਖਾਂ ਕਰਕੇ ਹੀ ਮਰ ਮੁੱਕ ਜਾਂਦਾ ਹੈ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ, ਹਉਮੈ ਸ਼ਬਦ ਜਲਾਏ। ਜਿਹੜਾ ਗੁਰਮੁਖ ਹੋ ਜਾਂਦਾ ਹੈ ਉਹ ਗਿਆਨ ਤੱਤ ਦੀ ਵਿਚਾਰ ਕਰਦਾ ਹੈ। ਪੁੱਛਿਆ ਜੀ ਇਹ ਹਉਮੈ ਕਿਵੇਂ ਮਰਦੀ ਹੈ? ਤਾਂ ਸਾਹਿਬ ਕਹਿੰਦੇ ਜਿਹੜਾ ਗੁਰਮੁਖ ਬਣ ਕੇ ਗਿਆਨ ਤੱਤਵ ਨੂੰ ਵਿਚਾਰਦਾ ਹੈ, ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੇ ਹਿਰਦੇ ਚੋਂ ਹਉਮੈ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਹਉਮੈ ਸ਼ਬਦ ਜਲਾਏ। ਸਤਿਗੁਰੂ ਜੀ ਦੇ ਸ਼ਬਦ ਦੁਆਰਾ ਗੁਰਮੁਖ ਆਪਣੇ ਹਿਰਦੇ ਦੀ ਹਉਮੈ ਨੂੰ ਜਲਾ ਦਿੰਦਾ, ਸਾੜ ਕੇ ਸਵਾਹ ਕਰ ਦਿੰਦਾ। ਗੁਰੂ ਕੇ ਸ਼ਬਦ ਦੀ ਕਮਾਈ ਤੋਂ ਬਿਨਾਂ ਹਉਮੈ ਦੀ ਨਿਰਵਿਰਤੀ ਨਹੀਂ ਹੁੰਦੀ। ਇਸ ਕਰਕੇ ਗੁਰਦੇਵ ਕਹਿੰਦੇ ਜਿਹੜਾ ਗੁਰਮੁਖ ਹੋ ਜਾਂਦਾ ਉਹ ਗਿਆਨ ਤੱਤ ਦੀ ਵਿਚਾਰ ਕਰਦਾ ਹੈ। ਗਿਆਨ ਕੀ ਹੈ? ਗਿਆਨ ਉਹ ਨਹੀਂ ਜਿਹੜਾ ਅਸੀਂ ਕਿਤਾਬਾਂ ਚੋਂ ਇਕੱਠਾ ਕਰਦੇ ਹਾਂ। ਗਿਆਨ ਉਹ ਨਹੀਂ ਹੈ ਜਿਹੜਾ ਅਸੀਂ ਸੰਸਾਰ ਚੋਂ ਇਕੱਠਾ ਕਰਦੇ ਹਾਂ। ਗਿਆਨ ਉਹ ਹੈ ਜਿਹੜਾ ਸਾਡੇ ਨਿਜ ਆਪੇ ਤੋਂ ਉਤਪੰਨ ਹੁੰਦਾ ਹੈ, ਆਪਣੇ ਨਿਜ ਸਵਰੂਪ ਦਾ ਗਿਆਨ। ਅਗਿਆਨ ਤੇ ਗਿਆਨ ਦੀ ਪਰਿਭਾਸ਼ਾ ਕੀ ਹੈ? ਅਗਿਆਨ ਕਿਸ ਨੂੰ ਕਹਿੰਦੇ ਆ? ਆਪਣਾ ਸਵਰੂਪ ਜੋ ਭੁੱਲ ਗਿਆ ਹੈ, ਅਵਿਦਿਆ ਦਾ ਪਰਦਾ ਪੈ ਕੇ, ਉਹਨੂੰ ਕਹਿੰਦੇ ਨੇ ਅਗਿਆਨ। ਜਿਹੜਾ ਆਪਣਾ ਸਵਰੂਪ, ਅਗਿਆਨ ਦਾ ਸਵਰੂਪ ਕੀ? ਆਪਣਾ ਸਰੂਪ ਭੁੱਲਿਆ ਹੋਇਆ, ਉਹਦੇ ਤੇ ਅਵਿਦਿਆ ਦਾ ਪਰਦਾ ਪਿਆ ਹੋਇਆ, ਉਹਨੂੰ ਅਗਿਆਨ ਕਹਿੰਦੇ ਆ। ਉਸੇ ਸਵਰੂਪ ਨੂੰ ਜਾਣ ਲੈਣ ਦਾ ਨਾਮ ਹੈ ਗਿਆਨ। ਜੋ ਭੁੱਲਿਆ ਹੋਇਆ ਉਹਨੂੰ ਜਾਣ ਲੈਣਾ, ਉਹਨੂੰ ਕਹਿੰਦੇ ਨੇ ਗਿਆਨ। ਜਿਵੇਂ ਹੱਥ ਤੇ ਬੱਧੀ ਹੋਈ ਆ ਘੜੀ, ਭੁੱਲ ਗਈ ਹੈ ਬੰਨੀ ਹੋਈ ਹੈ। ਇਹ ਕਦੇ ਬੈੱਡ ਦਾ ਢੋ ਵੇਖਦਾ, ਕਦੇ ਡਰੈਸਿੰਗ ਟੇਬਲ ਵਿੱਚ ਵੇਖਦਾ, ਕਦੇ ਸਰਾਣਾ ਚੁੱਕ ਕੇ ਵੇਖਦਾ ਵੀ ਘੜੀ ਕਿੱਥੇ ਗਈ। ਭੁੱਲ ਗਈ ਹੈ ਵੀ ਹੱਥ ਤੇ ਬੰਨੀ ਹੈ, ਸੱਜੇ ਖੱਬੇ ਲੱਭੀ ਜਾਂਦਾ, ਭਾਲੀ ਜਾਂਦਾ। ਇਤਨੇ ਨੂੰ ਕੋਲ ਆ ਕੇ ਕਿਸੇ ਨੇ ਪੁੱਛਿਆ ਵੀ ਕੀ ਲੱਭਦਾ? ਕਹਿੰਦਾ ਘੜੀ ਪਤਾ ਨਹੀਂ ਕਿੱਥੇ ਰੱਖ ਬੈਠਾ, ਲੱਭਦੀ ਨਹੀਂ ਪਈ। ਉਹ ਹੱਥ ਫੜ ਕੇ ਵਿਖਾ ਕੇ ਕਹਿੰਦਾ ਵੀ ਘੜੀ ਤਾਂ ਤੂੰ ਹੱਥ ਤੇ ਬੰਨੀ ਹੈ। ਕਹਿੰਦਾ ਓਹੋ, ਇਹ ਤਾਂ ਮਿਲ ਗਈ। ਮਿਲੀ ਤਾਂ ਹੁੰਦੀ ਜੇ ਪਹਿਲਾਂ ਗਵਾਚੀ ਹੁੰਦੀ। ਗਵਾਚੀ ਤਾਂ ਸੀ ਨਹੀਂ, ਉਹ ਤਾਂ ਪਹਿਲਾਂ ਹੀ ਮਿਲੀ ਹੋਈ ਸੀ, ਬਸ ਭੁੱਲੀ ਹੋਈ ਸੀ। ਜਦੋਂ ਤੱਕ ਭੁੱਲੀ ਹੋਈ ਸੀ ਉਹਨੂੰ ਕਹਿੰਦੇ ਨੇ ਅਗਿਆਨ। ਜਦੋਂ ਜਾਣ ਲਿਆ ਵੀ ਮੁਕੋਲ ਹੀ ਹੈ, ਉਹਨੂੰ ਕਹਿੰਦੇ ਨੇ ਗਿਆਨ। ਸਾਨੂੰ ਸਾਡਾ ਨਿਜ ਸਵਰੂਪ ਭੁੱਲਿਆ ਹੋਇਆ, ਅਸੀਂ ਭਟਕਦੇ ਬਾਹਰ ਲੱਭਦੇ ਫਿਰਨੇ। ਅਸੀਂ ਕੀ ਹਾਂ? ਬ੍ਰਹਮ ਸਵਰੂਪ।
ਕਹਿੰਦੇ ਰੱਬ ਗਵਾਚ ਗਿਆ, ਉਹਨੂੰ ਲੱਭ ਰਹੇ ਆ। ਉਹ ਭਲਿਆ, ਰੱਬ ਤਾਂ ਗਵਾਚਿਆ ਹੀ ਨਹੀਂ, ਉਹ ਤਾਂ ਅੰਦਰ ਬੈਠਾ ਸੀ ਤੇਰੇ, ਭੁੱਲਿਆ ਹੋਇਆ ਤੂੰ। ਜਦੋਂ ਉਸ ਨੂੰ ਜਾਣ ਲਿਆ, ਉਹਨੂੰ ਗਿਆਨ ਕਹਿੰਦੇ। ਇਹਨੂੰ ਕਹਿੰਦੇ ਨੇ ਗੁਰਮੁਖ ਜਿਹੜੇ ਨੇ ਐਸੇ ਗਿਆਨ ਤੱਤ ਨੂੰ ਵਿਚਾਰਦੇ ਆ। ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੈ। ਗਿਆਨ ਤੱਤਵ ਨੂੰ ਇਸ ਤਰ੍ਹਾਂ ਵਿਚਾਰਦੇ, ਹਉਮੈ ਸ਼ਬਦ ਜਲਾਏ। ਉਹ ਆਪਣੇ ਹਿਰਦੇ ਵਿੱਚ ਜਿਤਨੀ ਹਉਮੈ ਹੈ, ਸਤਿਗੁਰੂ ਜੀ ਦੇ ਸ਼ਬਦ ਦੁਆਰਾ ਉਸ ਹਉਮੈ ਨੂੰ ਜਲਾ ਦਿੰਦੇ ਨੇ, ਸਾੜ ਦਿੰਦੇ ਹਨ। ਤਨ ਮਨ ਨਿਰਮਲ ਨਿਰਮਲ ਬਾਣੀ, ਸਾਚੈ ਰਹਿ ਸਮਾਏ। ਗੁਰਮੁਖਾਂ ਦਾ ਤਨ ਵੀ ਨਿਰਮਲ, ਗੁਰਮੁਖਾਂ ਦਾ ਮਨ ਵੀ ਨਿਰਮਲ, ਉਹਨਾਂ ਦੇ ਹਿਰਦੇ 'ਚ ਸਤਿਗੁਰਾਂ ਦੀ ਨਿਰਮਲ ਬਾਣੀ ਵਸ ਜਾਂਦੀ ਹੈ। ਔਰ ਨਿਰਮਲ ਬਾਣੀ ਦੇ ਨਾਲ ਉਹ ਸੱਚ ਸਰੂਪ ਅਕਾਲ ਪੁਰਖ ਦੇ ਸਰੂਪ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਨਾਮੇ ਨਾਮ ਰਹਿ ਬੈਰਾਗੀ, ਸਾਚ ਰੱਖਿਆ ਉਰ ਧਾਰੇ। ਜਿਹੜੇ ਨਾਮੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਨਿਰਚਾਵਾਨ ਹੋ ਕੇ ਰਹਿੰਦੇ ਐ, ਉਹੀ ਆਪਣੇ ਹਿਰਦੇ 'ਚ ਸੱਚ ਸਰੂਪ ਵਾਹਿਗੁਰੂ ਨੂੰ ਧਾਰਨ ਕਰਦੇ ਹਨ। ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੇ, ਦੇਖੋ ਹਿਰਦੈ ਵਿਚਾਰੈ। ਸਾਹਿਬ ਕਹਿੰਦੇ, ਹੈ ਯੋਗੀਓ ਸੁਣੋ, ਪਰਮੇਸ਼ਰ ਦੇ ਨਾਮ ਤੋਂ ਬਿਨਾ ਯੋਗ ਨਹੀਂ ਹੋ ਸਕਦਾ। ਇਹ ਕਹਿੰਦੇ ਜੀ ਅਸੀਂ ਜੋਗੀ ਆ, ਯੋਗ ਕਮਾਉਨੇ ਆ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਤਾਂ ਯੋਗ ਹੋ ਹੀ ਨਹੀਂ ਸਕਦਾ, ਪਰਮੇਸ਼ਰ ਨਾਲ ਮੇਲ ਹੋ ਹੀ ਨਹੀਂ ਸਕਦਾ। ਯੋਗ ਦਾ ਮਤਲਬ ਹੁੰਦਾ ਜੁੜਨਾ, ਮਿਲਣਾ। ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਜੋਗ ਕਦੇ ਹੋ ਹੀ ਨਹੀਂ ਸਕਦਾ, ਦੇਖੋ ਹਿਰਦੈ ਵਿਚਾਰੇ। ਇਸ ਗੱਲ ਨੂੰ ਤੁਸੀਂ ਆਪਣੇ ਹਿਰਦੇ 'ਚ ਵਿਚਾਰ ਕਰਕੇ ਵੇਖ ਲਓ। ਜੇ ਪ੍ਰਮਾਤਮਾ ਨਾਲ ਜੋਗ ਬਣਾਉਣਾ ਹੈ, ਚਾਹੁੰਦੇ ਹੋ ਯੋਗ ਦੀ ਪਾਲਣਾ ਕਰਨੀ, ਤਾਂ ਫਿਰ ਨਾਮ ਦੀ ਕਮਾਈ ਕਰੋ। ਹੇ ਸਿੱਧੋ, ਹੇ ਜੋਗੀਓ, ਨਾਮ ਧਿਆਵੋ, ਨਾਮ ਅਰਧ ਹੋ। ਬਿਨਾਂ ਨਾਮ ਤੋਂ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਗੱਲ ਆਪਣੇ ਹਿਰਦੇ 'ਚ ਵਿਚਾਰ ਲਵੋ। ਗੁਰਮੁਖ ਸਾਚ ਸ਼ਬਦ ਵਿਚਾਰੈ ਕੋਏ। ਜਿਹੜਾ ਗੁਰਮੁਖ ਹੈ ਨਾ, ਕੋਈ ਵਿਰਲਾ ਗੁਰਮੁਖ ਹੈ ਜਿਹੜਾ ਸਤਿਗੁਰਾਂ ਦੇ ਸੱਚੇ ਸ਼ਬਦ ਨੂੰ ਵਿਚਾਰਦਾ ਹੈ। ਗੁਰਮੁਖ ਹੈ ਹੀ ਉਹ ਜਿਹੜਾ ਸ਼ਬਦ ਦੀ ਵਿਚਾਰ ਕਰੇ, ਗੁਰਬਾਣੀ ਨੂੰ ਵਿਚਾਰੇ। ਹਾਂਜੀ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰਮੁਖ ਦੇ ਹਿਰਦੇ 'ਚ ਸਤਿਗੁਰਾਂ ਦੀ ਸੱਚੀ ਬਾਣੀ ਪ੍ਰਗਟ ਹੋ ਜਾਂਦੀ ਹੈ। ਗੁਰਮੁਖ ਦੇ ਹਿਰਦੇ ਵਿੱਚ ਸਤਿਗੁਰਾਂ ਦੀ ਸੱਚੀ ਬਾਣੀ ਪ੍ਰਗਟ ਹੁੰਦੀ ਹੈ, ਭਾਵ ਉਹਦੇ ਹਿਰਦੇ 'ਚ ਗੁਰੂ ਕੀ ਬਾਣੀ ਵਸਦੀ ਹੈ। ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ। ਗੁਰਮੁਖਾਂ ਦਾ ਮਨ ਭਿੱਜ ਜਾਂਦਾ, ਸਤਿਗੁਰਾਂ ਦੇ ਸ਼ਬਦ ਵਿੱਚ ਕੋਈ ਵਿਰਲਾ ਹੈ ਜਿਹੜਾ ਇਸ ਗੱਲ ਨੂੰ ਬੁੱਝਦਾ, ਇਸ ਗੱਲ ਨੂੰ ਜਾਣਦਾ ਹੈ। ਗੁਰਮੁਖ ਨਿਜ ਘਰ ਵਾਸਾ ਹੋਏ। ਜਿਹੜੇ ਗੁਰਮੁਖ ਨੇ ਭਾਈ, ਉਹਨਾਂ ਦਾ ਆਪਣੇ ਨਿਜ ਘਰ 'ਚ ਵਾਸਾ ਹੁੰਦਾ ਹੈ। ਉਹ ਆਪਣੇ ਨਿਜ ਘਰ ਵਿੱਚ ਸਮਾ ਜਾਂਦੇ ਨੇ, ਆਪਣੇ ਨਿਜ ਘਰ ਵਿੱਚ ਵਸਦੇ ਹਨ। ਗੁਰਮੁਖ ਜੋਗੀ ਜੁਗਤ ਪਛਾਣੈ। ਜਿਹੜੇ ਗੁਰਮੁਖ ਨੇ ਉਹੀ ਅਸਲ ਵਿੱਚ ਜੋਗੀ ਨੇ, ਕਿਉਂਕਿ ਉਹ ਜੁਗਤ ਨੂੰ ਪਛਾਣਦੇ ਆ। ਜੁਗਤ, ਨਾਮ ਦੀ ਜੁਗਤ, ਪਰਮੇਸ਼ਰ ਨੂੰ ਮਿਲਣ ਦੀ ਜੁਗਤ ਉਹ ਪਛਾਣਦੇ ਨੇ। ਇਸ ਕਰਕੇ ਗੁਰਮੁਖ ਜੋਗੀ ਨੇ। ਜੋਗੀ ਤਾਂ ਉਹੀ ਨਾ ਜਿਹੜਾ ਜੁਗਤ ਨੂੰ ਪਛਾਣੇ। ਜਿਹਨੂੰ ਜੁਗਤ ਦਾ ਹੀ ਨਹੀਂ ਪਤਾ, ਉਹ ਕਾਹਦਾ ਜੋਗੀ ਭਾਈ। ਗੁਰਮੁਖ ਜੋਗ ਦੀ ਜੁਗਤ ਨੂੰ ਪਛਾਣਦੇ ਹਨ। ਗੁਰਮੁਖ ਨਾਨਕ ਏਕੋ ਜਾਣੈ। ਪਾਤਸ਼ਾਹ ਜੀ ਕਹਿੰਦੇ ਕਿ ਗੁਰਮੁਖ ਇੱਕ ਨੂੰ ਹੀ ਜਾਣਦੇ ਨੇ, ਇੱਕ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਜਾਣਦੇ ਹਨ। ਬਿਨ ਸਤਿਗੁਰ ਸੇਵੇ ਜੋਗ ਨਾ ਹੋਏ। ਪਾਤਸ਼ਾਹ ਕਹਿੰਦੇ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਪ੍ਰਮਾਤਮਾ ਨਾਲ ਜੋਗ ਨਹੀਂ ਹੋ ਸਕਦਾ।
ਅਕਾਲ ਪੁਰਖ ਨਾਲ ਮੇਲ ਗੁਰੂ ਦੀ ਸੇਵਾ ਤੋਂ ਬਿਨਾਂ ਨਹੀਂ ਹੋ ਸਕਦਾ। ਹਾਂਜੀ, ਬਿਨ ਸਤ ਗੁਰ ਭੇਟੇ ਮੁਕਤ ਨਾ ਕੋਈ। ਸਤਿਗੁਰਾਂ ਨੂੰ ਮਿਲੇ ਬਿਨਾਂ ਕੋਈ ਵੀ ਮੁਕਤ ਨਹੀਂ ਹੋ ਸਕਦਾ। ਜਦੋਂ ਤੱਕ ਸਤਿਗੁਰਾਂ ਨਾਲ ਮੇਲ ਨਾ ਹੋਵੇ, ਗੁਰੂ ਨਾਲ ਮੇਲ ਨਾ ਹੋਵੇ, ਉਦੋਂ ਤੱਕ ਕਿਸੇ ਦੀ ਵੀ ਬੰਦ ਖਲਾਸੀ ਤੇ ਮੁਕਤੀ ਨਹੀਂ ਹੋ ਸਕਦੀ। ਸਤਿਗੁਰ ਭੇਟੇ ਮੁਕਤ ਨਾ ਹੋਈ। ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਸਤਿਗੁਰਾਂ ਨੂੰ ਮਿਲੇ ਬਿਨਾ ਮੁਕਤੀ ਨਹੀਂ ਹੋ ਸਕਦੀ ਕਿਸੇ ਦੀ ਵੀ। ਬਿਨ ਸਤ ਗੁਰ ਭੇਟੇ ਨਾਮ ਪਾਇਆ ਨਾ ਜਾਏ। ਬਿਨਾ ਸਤਿਗੁਰਾਂ ਨੂੰ ਮਿਲਿਆ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ। ਸਤਿਗੁਰਾਂ ਨੂੰ ਮਿਲੇ ਬਿਨਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਦੀ ਦਾਤ ਵੀ ਸਤਿਗੁਰੂ ਜੀ ਨੇ ਬਖਸ਼ਣੀ ਹੈ। ਗੁਰਦੇਵ ਦੀ ਸੰਗਤ ਵਿੱਚੋਂ ਹੀ ਨਾਮ ਦੀਆਂ ਦਾਤਾਂ ਪ੍ਰਾਪਤ ਹੋਣੀਆਂ ਹਨ। ਬਿਨ ਸਤ ਗੁਰ ਭੇਟੇ ਮਹਾ ਦੁਖ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੇ ਬਿਨਾ, ਗੁਰੂ ਕੀ ਸੰਗਤ ਕੀਤੇ ਬਿਨਾ, ਪਾਤਸ਼ਾਹ ਕਹਿੰਦੇ ਅਕਾਲ ਪੁਰਖ ਜੀ ਦਾ ਨਾਮ, ਪਰਮੇਸ਼ਰ ਦਾ ਨਾਮ ਉਹ ਪ੍ਰਾਪਤ ਨਹੀਂ ਹੁੰਦਾ। ਬਿਨ ਸਤ ਗੁਰ ਭੇਟੇ ਮਹਾ ਗਰਭ ਗੁਬਾਰ। ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਤੋਂ, ਸਤਿਗੁਰਾਂ ਤੋਂ ਮਿਲੇ ਬਿਨਾ ਇਹ ਜੀਵ ਮਹਾ ਦੁੱਖ ਪਾਉਂਦਾ ਹੈ। ਸਤਿਗੁਰਾਂ ਨੂੰ ਮਿਲੇ ਬਿਨਾ, ਯਾਨੀ ਕਿ ਗੁਰੂ ਸਾਹਿਬ ਜੀ ਤੋਂ ਬਿਨਾ ਜਿਹੜੇ ਨਿਗੁਰੇ ਨੇ, ਉਹ ਮਹਾ ਗਰਭ ਗੁਬਾਰ ਹੰਕਾਰ ਦੇ ਕੁੱਪ ਹਨੇਰੇ ਵਿੱਚ ਹੀ ਡੁੱਬੇ ਰਹਿੰਦੇ ਆ। ਅੰਧਕਾਰ ਵਿੱਚ, ਅਗਿਆਨਤਾ ਦੇ ਹਨੇਰੇ ਵਿੱਚ ਹੀ ਉਹਨਾਂ ਦਾ ਜੀਵਨ ਬਸਰ ਹੁੰਦਾ, ਜਿਹੜੇ ਸਤਿਗੁਰਾਂ ਤੋਂ ਵਿਹੂਣੇ ਹਨ। ਬਿਨਾਂ ਸਤਿਗੁਰਾਂ ਨੂੰ ਮਿਲਿਆ ਹਿਰਦੇ ਦਾ ਅੰਧਕਾਰ ਦੂਰ ਨਹੀਂ ਹੁੰਦਾ, ਹਿਰਦੇ ਦੀ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੁੰਦਾ। ਨਾਨਕ ਬਿਨ ਗੁਰ ਮੂਆ ਜਨਮ ਹਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਕਿ ਗੁਰੂ ਤੋਂ ਬਿਨਾ ਇਹ ਜੀਵ ਆਪਣੇ ਜਨਮ ਦੀ ਬਾਜੀ ਨੂੰ ਹਾਰ ਕੇ ਮਰ ਜਾਂਦਾ ਹੈ। ਗੁਰੂ ਤੋਂ ਬਿਨਾ ਇਹ ਜੀਵ ਆਪਣੇ ਜਨਮ ਦੀ ਬਾਜੀ ਨੂੰ ਹਾਰ ਜਾਂਦਾ ਹੈ ਤੇ ਜਨਮ ਦੀ ਬਾਜੀ ਨੂੰ ਹਾਰ ਕੇ ਮਰ ਜਾਂਦਾ ਹੈ। ਗੁਰਮੁਖ ਮਨ ਜੀਤਾ ਹਉ ਮੈਂ ਮਾਰ। ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਗੁਰਮੁਖਾਂ ਨੇ ਆਪਣੇ ਹਿਰਦੇ ਚੋਂ ਹਉਮੈ ਨੂੰ ਮਾਰ ਕੇ ਆਪਣੇ ਮਨ ਨੂੰ ਜਿੱਤ ਲਿਆ। ਮਨ ਜਿੱਤਿਆ ਹੀ ਉਦੋਂ ਜਾਏਗਾ ਜਦੋਂ ਹਉਮੈ ਮਰੇਗੀ। ਤੇ ਗੁਰਮੁਖਾਂ ਨੇ ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ। ਜਿਹੜੇ ਗੁਰੂ ਵਾਲੇ ਗੁਰਮੁਖ ਨੇ ਹਉਮੈ ਕਰਦੇ ਹੀ ਨਹੀਂ। ਉਹ ਕਹਿੰਦੇ ਹਉਮੈ ਕਰਨੀ ਕਾਹਦੀ ਭਾਈ, ਜਦੋਂ ਕੁਝ ਆਪਣਾ ਹੈ ਹੀ ਨਹੀਂ ਤੇ ਫਿਰ ਹਉਮੈ ਕਾਹਦੀ। ਇਹ ਤਨ ਆਪਣਾ ਨਹੀਂ, ਇਸ ਤਨ ਨਾਲ ਜੁੜੀਆਂ ਵਸਤੂਆਂ ਆਪਣੀਆਂ ਨਹੀਂ, ਤੇ ਫਿਰ ਹਉਮੈ ਕਾਹਦੀ ਕਰਨੀ ਹੋਈ। ਇਸ ਤਰ੍ਹਾਂ ਗੁਰਮੁਖਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ। ਮਨ ਜੀਤਾ ਹਉਮੈ ਮਾਰ। ਗੁਰਮੁਖਾਂ ਨੇ ਮਨ ਜਿੱਤ ਲਿਆ ਹਉਮੈ ਨੂੰ ਮਾਰ ਕੇ। ਗੁਰਮੁਖ ਸਾਚ ਰੱਖਿਆ ਉਰਤਾਰ। ਗੁਰਮੁਖਾਂ ਨੇ ਆਪਣੇ ਹਿਰਦੇ 'ਚ ਸੱਚ ਨੂੰ ਵਸਾਇਆ। ਉਹਨਾਂ ਹਿਰਦੇ ਵਿੱਚ ਸੱਚ ਦੀ ਜੋ ਅੰਸ਼ ਹੈ ਉਸ ਨੂੰ ਆਪਣੇ ਹਿਰਦੇ 'ਚ ਵਸਾਇਆ, ਸੱਚ ਨੂੰ ਧਾਰਨ ਕੀਤਾ ਹੈ। ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ। ਗੁਰਮੁਖਾਂ ਨੇ ਜਗ ਜਿੱਤ ਲਿਆ। ਉਹਨਾਂ ਨੇ ਜਮ ਕਾਲ ਨੂੰ ਮਾਰ ਕੇ ਬਿਦਾਰ ਦਿੱਤਾ, ਦੂਰ ਕਰ ਦਿੱਤਾ, ਔਰ ਇਸ ਜਗਤ ਨੂੰ ਜਿੱਤ ਲਿਆ। ਜਦੋਂ ਮਨ ਜਿੱਤਿਆ ਗਿਆ ਤੇ ਜਗਤ ਆਪਣੇ ਆਪ ਹੀ ਜਿੱਤਿਆ ਜਾਂਦਾ। ਮਨ ਜੀਤਾ ਜਗ ਜੀਤ। ਇਸ ਕਰਕੇ ਗੁਰਮੁਖਾਂ ਨੇ ਇਸ ਜਗ ਨੂੰ ਜਿੱਤ ਲਿਆ,
ਔਰ ਜਗਤ ਨੂੰ ਜਿੱਤ ਕੇ ਜਮ ਕਾਲ ਨੂੰ ਮਾਰ ਕੇ ਆਪਣੇ ਤੋਂ ਦੂਰ ਕਰ ਦਿੱਤਾ। ਗੁਰਮੁਖ ਦਰਗਹ ਨਾ ਆਵੈ ਹਾਰ। ਗੁਰਮੁਖ ਰੱਬ ਦੀ ਦਰਗਾਹ ਵਿੱਚ ਆਪਣੇ ਜਨਮ ਦੀ ਬਾਜੀ ਹਾਰ ਕੇ ਨਹੀਂ ਆਉਂਦੇ, ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਆਉਂਦੇ ਆ ਨਿਰੰਕਾਰ ਦੀ ਦਰਗਾਹ 'ਚ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ। ਗੁਰਮੁਖਾਂ ਨੇ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਲਿਆ, ਉਹ ਆਪਣਾ ਜਨਮ ਹਾਰ ਕੇ ਨਹੀਂ ਆਉਂਦੇ। ਜੂਏ ਜਨਮ ਨਾ ਹਾਰੈ। ਉਹ ਜਿਵੇਂ ਜੂਏ 'ਚ ਕੋਈ ਆਪਣੀ ਬਾਜੀ ਹਾਰ ਜਾਂਦਾ, ਗੁਰਮੁਖ ਏਦਾਂ ਨਹੀਂ ਹਾਰਦੇ, ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਨਿਰੰਕਾਰ ਦੀ ਦਰਗਾਹ ਵਿੱਚ ਜਾਂਦੇ ਹਨ। ਗੁਰਮੁਖ ਮੇਲ ਮਿਲਾਏ ਸੋ ਜਾਣੈ। ਗੁਰਮੁਖਾਂ ਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਿਆ। ਜਿਨ੍ਹਾਂ ਗੁਰਮੁਖਾਂ ਨੂੰ ਆਪਣੇ ਨਾਲ ਵਾਹਿਗੁਰੂ ਨੇ ਆਪਣੇ ਵਿੱਚ ਮੇਲ ਕੇ ਅਭੇਦ ਕਰ ਲਿਆ, ਉਹੀ ਉਸ ਪਰਮੇਸ਼ਰ ਦੇ ਸਵਰੂਪ ਨੂੰ ਜਾਣਦੇ ਹਨ। ਨਾਨਕ ਗੁਰਮੁਖ ਸ਼ਬਦ ਪਛਾਣੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਜਿਹੜੇ ਗੁਰਮੁਖ ਨੇ ਉਹ ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਪਛਾਣਦੇ ਹਨ। ਸ਼ਬਦ ਕਾ ਨਿਬੇੜਾ ਸੁਣ ਤੂੰ ਆਉਦੋ, ਬਿਨ ਨਾਵੈ ਜੋਗ ਨਾ ਹੋਏ। ਪਾਰ ਬ੍ਰਹਮ ਪਰਮੇਸ਼ਰ ਦਾ ਸ਼ਬਦ ਦਾ ਨਵੇੜਾ ਇਹ ਹੈ, ਹੇ ਔਧੂ ਹੇ ਯੋਗੀ ਸੁਣ, ਨਵੇੜੇ ਦੀ ਗੱਲ ਸੁਣ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਯੋਗ ਹੋ ਹੀ ਨਹੀਂ ਸਕਦਾ। ਇਹ ਨਵੇੜੇ ਦੀ ਗੱਲ ਹੈ, ਸਤਿਗੁਰਾਂ ਦੇ ਸ਼ਬਦ ਦਾ ਨਵੇੜਾ ਹੈ ਕਿ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਯੋਗ ਨਹੀਂ ਹੋ ਸਕਦਾ। ਨਾਮੇ ਰਾਤੇ ਅਨ ਦਿਨ ਮਾਤੇ, ਨਾਮੈ ਤੇ ਸੁਖ ਹੋਏ। ਜਿਹੜੇ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੱਤੇ ਗਏ ਨੇ, ਉਹ ਰਾਤ ਦਿਨ ਉਹਦੇ ਵਿੱਚ ਮਸਤ ਰਹਿੰਦੇ ਆ, ਔਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਹੀ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋਏ ਹਨ। ਨਾਮੈ ਹੀ ਤੇ ਸਭ ਪ੍ਰਗਟ ਹੋਵੈ, ਨਾਮੇ ਸੋਝੇ ਪਾਏ। ਪਰਮੇਸ਼ਰ ਦੇ ਨਾਮ ਚੋਂ ਹੀ ਸਾਰੇ ਸ਼ੁਭ ਗੁਣ ਪ੍ਰਗਟ ਹੁੰਦੇ ਨੇ, ਤੇ ਅਕਾਲ ਪੁਰਖ ਦੇ ਨਾਮ ਨਾਲ ਹੀ ਜੀਵ ਨੂੰ ਆਪਣੇ ਆਪੇ ਦੀ ਸੋਝੀ ਪ੍ਰਾਪਤ ਹੁੰਦੀ ਹੈ। ਨਾਮੇ ਸੋਝੀ ਪਾਈ, ਵਾਹਿਗੁਰੂ 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 ਜਪਦਿਆਂ ਜਪਦਿਆਂ ਆਪਣੇ ਨਿਜ ਸਰੂਪ ਦੀ ਸੋਝੀ ਤੇ ਗਿਆਨ ਪ੍ਰਾਪਤ ਹੁੰਦਾ ਹੈ। ਬਿਨ ਨਾਵੈ ਭੇਖ ਕਰਹਿ ਬਹੁ ਤੇਰੇ, ਸੱਚਾ ਆਪ ਖੁਆਏ। ਜਿਹੜੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭੇਖੀ ਬਣ ਕੇ ਭੇਖ ਬਣਾ ਕੇ ਲੋਕਾਂ ਨੂੰ ਵਿਖਾਉਂਦੇ ਐ, ਹੇ ਵਾਹਿਗੁਰੂ ਉਹਨਾਂ ਨੂੰ ਤੂੰ ਆਪਣਾ ਆਪ ਖਵਾ ਦਿੱਤਾ ਹੈ। ਭਾਵ ਉਹਨਾਂ ਨੇ ਆਪਣਾ ਸਭ ਕੁਝ ਗਵਾ ਲਿਆ, ਪਰਮੇਸ਼ਰ ਨੇ ਉਹਨਾਂ ਦਾ ਸਾਰਾ ਕੁਝ ਗਵਾ ਦਿੱਤਾ ਹੈ। ਜਿਹੜੇ ਨਾਮ ਤੋਂ ਬਿਨਾਂ ਭੇਖ ਧਾਰਨ ਕਰਕੇ ਲੋਕਾਂ ਨੂੰ ਭੇਖ ਵਿਖਾ ਕੇ ਠੱਗਦੇ ਐ, ਉਹਨਾਂ ਨੂੰ ਪਰਮੇਸ਼ਰ ਨੇ ਉਜਾੜ ਦਿੱਤਾ, ਇਦਾਂ ਕਹਿ ਸਕਦੇ ਆ। ਉਹਨਾਂ ਦਾ ਸਭ ਕੁਝ ਪਰਮੇਸ਼ਰ ਨੇ ਉਹਨਾਂ ਤੋਂ ਖਵਾ ਦਿੱਤਾ ਹੈ। ਸਤਿਗੁਰ ਤੇ ਨਾਮ ਪਾਈਐ ਔਧੂ, ਜੋਗ ਜੁਗਤ ਤਾਂ ਹੋਏ। ਨਾਮ ਦੀ ਪ੍ਰਾਪਤੀ ਸਤਿਗੁਰਾਂ ਤੋਂ ਹੁੰਦੀ ਹੈ, ਹੇ ਔਧੂ। ਜਦੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਉਸੇ ਨਾਮ ਦੁਆਰਾ ਜੋਗ ਦੀ ਜੁਗਤ ਬਣਦੀ ਹੈ। ਨਾਮ ਮਿਲੇ ਤਾਂ ਜੋਗ ਦੀ ਜੁਗਤ ਪ੍ਰਾਪਤ ਹੁੰਦੀ ਹੈ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨਾ ਹੋਏ। ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹੈ, ਹੇ ਜੋਗੀਓ ਇਸ ਗੱਲ ਨੂੰ ਵਿਚਾਰ ਕੇ ਵੇਖੋ ਕਿ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਸ ਜੀਵ ਦੀ ਮੁਕਤੀ ਨਹੀਂ ਹੋ ਸਕਦੀ। ਬਿਨ ਨਾਵੈ ਮੁਕਤ ਨਾ ਹੋਈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਸ ਜੀਵ ਦੀ ਮੁਕਤੀ ਨਹੀਂ ਹੋ ਸਕਦੀ। ਤੇਰੀ ਗਤ ਮਿਤ ਤੂੰ ਹੈ ਜਾਣ ਹੈ, ਕਿਆ ਕੋ ਆਖ ਵਖਾਣੈ। ਏ ਪ੍ਰਭੂ ਤੇਰੀ ਗਤ ਮਿਤ ਮਰਜ਼ਾਦਾ, ਹੇ ਨਿਰੰਕਾਰ ਵਾਹਿਗੁਰੂ ਜੀ ਤੁਸੀਂ ਆਪ ਹੀ ਜਾਣਦੇ ਹੋ।
ਮਹਾਰਾਜ ਤੁਹਾਡੀ ਗਤ ਮਿਤ ਹੋਰ ਨਹੀਂ ਕੋਈ ਜਾਣਦਾ, ਅਸੀਂ ਕੀ ਆਖ ਕੇ ਵਖਿਆਣ ਕਰੀਏ। ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ। ਵਾਹਿਗੁਰੂ ਤੂੰ ਆਪ ਹੀ ਗੁਪਤ ਰੂਪ ਹੋ ਕੇ ਵਰਤਦਾ ਹੈ, ਤੂੰ ਆਪ ਹੀ ਪ੍ਰਗਟ ਰੂਪ ਹੋ ਕੇ ਵੀ ਵਰਤ ਰਿਹਾ ਹੈ, ਆਪ ਹੀ ਸਾਰੇ ਜੀਵਾਂ ਵਿੱਚ ਵਰਤ ਕੇ ਸਾਰੇ ਰੰਗਾਂ ਨੂੰ ਵੀ ਆਪ ਹੀ ਮਾਣ ਰਿਹਾ ਹੈ। ਜਿਤਨੇ ਜੀਵਾਂ ਦੇ ਵਿੱਚ ਜਿੰਨੇ ਰੰਗ ਚੱਲ ਰਹੇ ਨੇ ਵਾਹਿਗੁਰੂ, ਇਹਨਾਂ ਸਾਰਿਆਂ ਵਿੱਚ ਵਰਤ ਕੇ ਸਾਰੇ ਰੰਗ ਵੀ ਤੂੰ ਆਪ ਹੀ ਮਾਣਦਾ ਹੈ। ਸਾਧਕ ਸਿੱਧ ਗੁਰੂ ਪਹੁੰਚੇਲੇ ਖੋਜਤ ਫਿਰ ਹੈ ਫੁਰਮਾਨੈ। ਬੜੇ ਬੜੇ ਸਾਧਕ ਸਿੱਧ ਕਿਤੇ ਗੁਰੂ ਬਣ ਕੇ ਬੈਠੇ, ਕਿਤੇ ਚੇਲੇ ਬਣ ਕੇ ਬੈਠੇ, ਖੋਜਦੇ ਫਿਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ। ਮੰਗਹਿ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨ। ਵਾਹਿਗੁਰੂ ਜੀ ਤੁਹਾਡੇ ਚਰਨਾਂ ਚੋਂ ਨਾਮ ਦੀ ਭਿਖਿਆ ਮੰਗਦੇ ਹਾਂ। ਮਹਾਰਾਜ ਆਪ ਜੀ ਕਿਰਪਾ ਕਰੋ, ਆਪਣੇ ਨਾਮ ਦੀ ਭਿਖਸ਼ਾ ਦਿਓ ਸਾਨੂੰ। ਜਿਵੇਂ ਯੋਗੀ ਭਿਖਸ਼ਾ ਮੰਗਦੇ ਆ ਨਾ, ਮਹਾਰਾਜ ਕਹਿੰਦੇ ਯੋਗੀਓ ਪਰਮੇਸ਼ਰ ਕੋਲੋਂ ਇਹ ਭਿਖਿਆ ਮੰਗੋ ਕਿ ਇਹ ਸਾਹਿਬ ਤੇਰਾ ਨਾਮ ਮਿਲੇ, ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਈਏ, ਤੇਰੇ ਦਰਸ਼ਨਾਂ ਤੋਂ ਵਾਰੇ-ਵਾਰੇ ਜਾਈਏ, ਬਲਿਹਾਰ ਜਾਈਏ। ਅਬਿਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੇ ਹੋਏ। ਵਿਨਾਸ਼ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜਗਤ ਦੀ ਖੇਡ ਰਚੀ ਹੈ। ਕਿਸੇ ਬਿਰਲੇ ਗੁਰਮੁਖ ਨੂੰ ਇਸ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਹੈ। ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨਾ ਕੋਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਸਭ ਜੁਗਾਂ ਵਿੱਚ ਵਾਹਿਗੁਰੂ ਆਪ ਹੀ ਵਰਤ ਰਿਹਾ, ਉਸ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਇਹ ਸਿੱਧ ਗੋਸ਼ਟ ਬਾਣੀ ਹੈ ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਚਾਰ ਕੇ ਸਿੱਧਾਂ ਨਾਲ ਚਰਚਾ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਅੱਜ ਪਵਿੱਤਰ ਪਾਵਨ ਜਨਮ ਦਿਹਾੜਾ ਹੈ। ਸਤਿਕਾਰਯੋਗ ਮਾਤਾ ਗੁਜਰੀ ਜੀ ਨੇ ਸਾਹਿਬੇ ਕਮਾਲ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਲਾਲ ਜੀ ਮੈਂ ਤੁਹਾਡੇ ਪਿਤਾ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਂ ਵੀ ਤੁਹਾਡੇ ਨਾਲ ਸਰੀਰ ਤਿਆਗ ਦਿਆਂ, ਤਾਂ ਉਹਨਾਂ ਨੇ ਮੈਨੂੰ ਬਚਨ ਫਰਮਾਏ ਸਨ ਕਿ ਤੁਸੀਂ ਆਪਣੇ ਪੋਤਰੇ ਖੜਾ ਕੇ ਹਾਲੇ ਆਉਣਾ। ਹੇ ਲਾਲ ਜੀ ਤੁਹਾਡੀ ਸ਼ਾਦੀ ਨੂੰ ਕਈ ਵਰ੍ਹੇ ਬੀਤ ਗਏ ਨੇ, ਮੇਰੀ ਇੱਛਾ ਹਾਲੇ ਪੂਰੀ ਨਹੀਂ ਹੋਈ। ਤੁਹਾਡੇ ਪਿਤਾ ਜੀ ਦੇ ਬਚਨ ਉਹ ਵੀ ਪੂਰੇ ਹੋਣਗੇ, ਇਹਦੇ 'ਚ ਅਵਸ਼ ਦੋ ਰਾਏ ਨਹੀਂ ਹੈ। ਕਿਰਪਾ ਕਰੋ, ਮੈਂ ਪੋਤਰੇ ਖਿਡਾਉਣਾ ਚਾਹੁੰਦੀ ਹਾਂ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਤਾ ਜੀ ਨੂੰ ਬਚਨ ਕਿਹਾ, ਮਾਤਾ ਜੀ ਤੁਹਾਡੀ ਇੱਛਾ ਗੁਰੂ ਨਾਨਕ ਸਾਹਿਬ ਪੂਰੀ ਕਰਨਗੇ। ਪੌਂਟਾ ਸਾਹਿਬ ਦੀ ਧਰਤੀ ਤੇ ਗੁਰਦੇਵ ਨੇ ਅਕਾਲ ਉਸਤਤ ਬਾਣੀ ਦੀ ਰਚਨਾ ਕੀਤੀ। ਸਤਿਕਾਰਯੋਗ ਮਾਤਾ ਸੁੰਦਰੀ ਜੀ ਨੂੰ ਹੁਕਮ ਕੀਤਾ, ਇਹ ਪਾਵਨ ਬਾਣੀ ਦਾ ਜਾਪ ਜਪੋ। ਬਾਣੀ ਦਾ ਜਾਪ ਜਪਦਿਆਂ ਜਪਦਿਆਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਕਲਾ ਵਰਤੀ, ਕਲਗੀਆਂ ਵਾਲੇ ਪਾਤਸ਼ਾਹ ਦੀ ਦਇਆ ਵਰਤੀ। ਉਧਰ ਪੰਗਾਣੀ ਦਾ ਜੰਗ ਹੋਇਆ ਤੇ ਪੰਗਾਣੀ ਦਾ ਜੰਗ ਲੜ ਕੇ ਜਿੱਤ ਕੇ ਜਦੋਂ ਵਾਪਸ ਆਏ, ਮਹਿਲਾਂ ਚੋਂ ਖਬਰ ਆਈ ਕਿ ਕਲਗੀਧਰ ਜੀ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਜਨਮ ਹੋਇਆ, ਅੱਜ ਦੇ ਦਿਨ ਜਨਮ ਹੋਇਆ। ਤਾਂ ਕਲਗੀਆਂ ਵਾਲੇ ਗੁਰਦੇਵ ਨੇ ਬਚਨ ਫਰਮਾਇਆ, ਜੰਗ ਜਿੱਤ ਕੇ ਆਏ ਆ, ਇਸ ਕਰਕੇ ਜਿਹੜਾ ਬਾਲਕ ਜਿਹੜਾ ਸਾਹਿਬਜ਼ਾਦਾ ਸਾਡੇ ਘਰ ਜਨਮ ਲੈ ਕੇ ਆਇਆ, ਇਹ ਵੀ ਦੁਸ਼ਮਣਾਂ ਕੋਲੋਂ ਜਿੱਤਿਆ ਨਹੀਂ ਜਾਏਗਾ। ਇਹਦਾ ਨਾਮ ਹੈ ਬਾਬਾ ਅਜੀਤ ਸਿੰਘ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਗੁਰਦੇਵ ਜੀ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਸਾਹਿਬ ਥਾਏ ਪਾਵਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।
ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 हे अच्युत हे पार ब्रह्म अबनासी अगनास हे पूरन हे सर्व मैं दुख भंजन गुण हे तास संगी हे निरंकार हे हे निर्गुण सब टेक हे गोबिंद हे गुण निधान जाकै सदा सदा विवेक हे अपरंपर हर हरे है पी हो बनहार हे संत कै सदा संग निधारा निधारा हे आधार ठाकुर हो दास रो मैं निर्गुण गुण नहीं कोय नानक दीजै नाम दान राखो ही परोए। वाहिगुरु जी का खालसा वाहिगुरु जी की फतेह। तू ठाकुर तुम पह अरदास जियो पिंड सब तेरी तुम मात पिता हम बारक तेरे तुम्हारी कृपा मह कोई न जान तुमरा अंत ऊंचे ते सागल समगरी तुमरा सूत्र तारी तुम ते होए सो तुमरे गात मित तुम हे जाने नानक दास तुमरे गात मित तुम हे जाने नानक दास बोलो जे वाहे गुरु एक ओंकार। वाहिगुरु जी की फतेह। श्री भगवते जी सहाय। वार श्री भगवते जी के पातशाही दासवे प्रथम भगवते सिमर कै गुरु नानक लई ते आए। फिर अंगद गुर ते अमरदास रामदास होई सहाय। अर्जन हर गोविंद नौ सिमराओ श्री हर राय। श्री हर कृष्ण ते आई है जिस डिठे सब दुख जाए। तेग बहादुर सिमरिया घर नाओ निध्या वैताए। सब थाई होए सहाय। दसवे पातशाह श्री गुरु गोविंद सिंह साहिब जी सब थाई होए सहाय। दसा पातशाही आदि जोत श्री गुरु ग्रंथ साहिब जी दे पाठ दीदार दा ध्यान धर के बोलो जे। पंजा प्यारियां चौहां साहिब जादियां चालिया मुक्तियां हठियां जपियां तपियां जिन्ना नाम जपिया वंड छकिया देग चलाई तेग वाही देख के अन डिठ कीता। तिन्ना प्यारियां सचियारियां दी कमाई दा ध्यान धर के खालसा जी बोलो जे। जिन्ना ਸਿੰਘਾ ਸਿੰਘਣੀਆਂ ने धर्म हेत सीस दिते बंद बंद कटाए खोपरिया लोहाइयां
ਚਰ ਖੜੀਆ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾ, ਸੋ ਆਸਾ ਸੰਗ ਨਿਭਾਹੇ। ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੇ ਜੇਤ। ਸ਼੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੇ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕਿਆਂ ਝੰਡੇ ਪੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦਾ ਰਾਖਾ। ਆਪ ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ। ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਆਪ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਣ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਹਜੂਰ ਅੰਮ੍ਰਿਤ ਵੇਲੇ ਦੇ ਸਜੇ ਸੁੰਦਰ ਸੱਚਖੰਡ ਦੀਵਾਨਾ ਅੰਦਰ, ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਆਸ਼ਾ ਕੀ ਵਾਰ ਜੀ ਦੇ ਸੰਪੂਰਨ ਸ਼ਬਦ ਕੀਰਤਨ। 6 ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ। ਅੱਜ ਦੇ ਅੰਮ੍ਰਿਤ ਵੇਲੇ ਦੇ ਪਾਵਨ ਸ਼੍ਰੀ ਮੁਖਵਾਕ ਜੀ ਦੀ ਕਥਾ ਵਿਚਾਰ ਹੋਈ ਹੈ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮੱਤ ਬਖਸ਼ਣੀ। ਗੁਰਬਾਣੀ ਸ਼ੁੱਧ ਪੜਨ ਦਾ, ਸੇਵਾ ਸ਼ੁੱਧ ਕਰਨ ਦਾ ਬਲ ਉਦਮ ਬਖਸ਼ਣਾ। ਪੜੇ ਸੁਣੇ ਗੁਰਬਾਣੀ ਦਾ ਭਾਵ, ਦਰ ਆਈਆਂ ਸੰਗਤਾ ਦਾਸਰਿਆ। ਸੇਵਕਾ ਦੇ ਹਿਰਦਿਆਂ ਚ ਬਸਾਉਣਾ ਜੇ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ। ਸਤਿਗੁਰੂ ਜੀ ਅੱਜ ਧੰਨ ਧੰਨ ਸਾਹਿਬ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲੱਕ ਦੇ ਜਿਗਰ ਵੱਡੇ ਸਾਹਿਬਜ਼ਾਦੇ। ਸਾਹਿਬਜ਼ਾਦਾ ਸਤਿਕਾਰਯੋਗ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦੇ ਆਂ। ਸਰਬੱਤ ਸੰਗਤਾਂ ਵੱਲੋਂ ਪਾਵਨ ਸਥਾਨਾਂ ਦੀਆਂ ਹਾਜ਼ਰੀਆਂ ਭਰੀਆਂ ਗਈਆਂ ਹਨ। ਯਥਾ ਸ਼ਕਤ ਤਿਲ ਫੁੱਲ ਭੇਟਾਵਾ ਅਰਪਣ ਕੀਤੀਆਂ ਗਈਆਂ ਹਨ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾ ਤਨ ਮਨ ਧਨ ਕਰਕੇ ਨਿਭਾਈਆਂ ਸੇਵਾਵਾਂ। ਦਰ ਪ੍ਰਵਾਨ ਕਰਦਿਆ ਦਰੋ ਕਰੋ ਗੁਰਸਿੱਖੀ ਜੀਵਨ। ਨਾਮ ਸਿਮਰਨ ਸੇਵਾ ਦੀਆ ਦਾਤਾ ਬਖਸ਼ਨੀਆਂ ਜੀ। ਸੁਭ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰ ਜੀ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ
ਕੜਾਹਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਸਰਬੱਤ ਸੰਗਤਾਂ ਨੂੰ ਪਾਵਨ ਸ਼੍ਰੀ ਮੁਖ ਵਾਕ ਜੀ ਦੀ ਬਖਸ਼ਿਸ਼ ਕਰਕੇ ਨਿਹਾਲ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਏ ਅਕਾਲ ਕੇ ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੇ ਮਾਨਿਓ। ਪ੍ਰਗਟ ਗੁਰਾ ਕੇ ਜੋ ਪ੍ਰਭ ਕੋ ਮਿਲਵੋ ਚਹੈ। ਰਾਜ ਕਰੇਗਾ ਖਾਲਸਾ, ਵਾਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਆ ਅਹਨਸ, ਦਰਸ਼ਨ ਪਰਸੈ ਗੁਰੂ ਕੈ ਜਨਮ। ਹੋਵੈ ਸਿਫਤ ਖਸਮ ਦੀ, ਨੂਰ ਅਰਸਹ ਕੁਰਸਹ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦਾ। ਜਿਸ ਪਾਸ ਬੈਠਿਆ ਸੋਹੀਐ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਿਰਦਾ ਦੇਹ ਨ ਹੋਤੀ ਆਉ ਤੂ, ਤਉ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਥੰਭ ਨ ਹੋਤੋ, ਤਾ ਨਿਜ ਘਰ ਬਸਤੋ ਪਵਨ ਅਨਰਾਗੀ। ਹਿਰਦਾ ਦੇਹ ਨ ਹੋਤੀ ਆਉ ਥੂ, ਤਉ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਥੰਭ ਨ ਹੋਤੋ,
ਤਾਂ ਨਿਜ ਘਰ ਬਸਤੋ ਪਵਨ ਅਨੁਰਾਗੀ। ਰੂਪ ਨ ਰੇਖਿਆ ਜਾਤ ਨ ਹੋਤੀ, ਤਉ ਅਕੁਲੀਨ ਰਹਿਤੋ ਸ਼ਬਦ ਸੋ ਸਾਰ। ਗੌਨ ਗਗਨ ਜਬ ਤਬ ਹੈ ਨ ਹੋਤੋ, ਤ੍ਰਿਭਵਨ ਜੋਤ ਆਪੇ ਨਿਰੰਕਾਰ। ਵਰਨ ਭੇਖ ਅਸ ਰੂਪ ਸੋ ਏਕੋ, ਏਕੋ ਸ਼ਬਦ ਵਿਡਾਣੀ। ਸਾਚ ਬਿਨਾ ਸੂਚਾ ਕੋ ਨਾਹੀ, ਨਾਨਕ ਅਕਥ ਕਹਾਣੀ। ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਦੁਖ ਬਿਨ ਸਜਾਈ। ਹਉ ਮੈਂ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਐ ਦੁਖ ਪਾਈ। ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ, ਹਉ ਮੈਂ ਸ਼ਬਦ ਜਲਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਸਾਚਾ ਰਹਿ ਸਮਾਏ। ਨਾਮੇ ਨਾਮ ਰਹਿ ਬੈਰਾਗੀ, ਸਾਚ ਰਖਿਆ ਉਰ ਧਾਰੇ। ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ, ਦੇਖੋ ਹਿਰਦੈ ਵਿਚਾਰੇ। ਗੁਰਮੁਖ ਸਾਚ ਸ਼ਬਦ ਵਿਚਾਰੈ ਕੋਏ, ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ, ਗੁਰਮੁਖ ਨਿਜ ਘਰ ਵਾਸਾ ਹੋਏ। ਗੁਰਮੁਖ ਜੋਗੀ ਜੁਗਤ ਪਛਾਣੈ, ਗੁਰਮੁਖ ਨਾਨਕ ਏਕੋ ਜਾਣੈ। ਬਿਨ ਸਤਿਗੁਰ ਸੇਵੇ ਜੋਗ ਨ ਹੋਈ, ਬਿਨ ਸਤਿਗੁਰ ਭੇਟੇ ਮੁਕਤ ਨ ਕੋਈ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨ ਜਾਏ, ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ। ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ, ਨਾਨਕ ਬਿਨ ਗੁਰ ਮੂਆ ਜਨਮ ਹਾਰ। ਗੁਰਮੁਖ ਮਨ ਜੀਤਾ ਹਉ ਮੈਂ ਮਾਰ, ਗੁਰਮੁਖ ਸਾਚ ਰਖਿਆ ਉਰ ਧਾਰ। ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ, ਗੁਰਮੁਖ ਦਰਗਹਿ ਨਾ ਆਵੈ ਹਾਰ। ਗੁਰਮੁਖ ਮੇਲ ਮਿਲਾਏ ਸੋ ਜਾਣੈ, ਨਾਨਕ ਗੁਰਮੁਖ ਸ਼ਬਦ ਪਛਾਣੈ। ਸ਼ਬਦੈ ਕਾ ਨਵੇੜਾ, ਸ਼ਬਦੈ ਕਾ ਨਵੇੜਾ, ਸੁਣ ਤੂੰ ਔਧੂ ਬਿਨ ਨਾਵੈ ਜੋਗ ਨ ਹੋਈ। ਨਾਮੇ ਰਾਤੇ ਅਨ ਦਿਨ ਮਾਤੇ, ਨਾਮੈ ਤੇ ਸੁਖ ਹੋਈ। ਨਾਮੈ ਹੀ ਤੇ ਪ੍ਰਗਟ ਹੋਵੈ, ਨਾਮੇ ਸੋਜੀ ਪਾਈ। ਬਿਨ ਨਾਵੈ ਭੇਖ ਕਰਹਿ ਬਹੁ ਤੇਰੇ, ਸੱਚੇ ਆਪ ਖੁਆਈ। ਸਤਿਗੁਰ ਤੇ ਨਾਮ ਪਾਈਐ ਔਧੂ, ਜੋਗ ਜੁਗਤ ਤਾ ਹੋਈ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਵੈ ਮੁਕਤ ਨ ਹੋਈ। ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ। ਤੂੰ ਆਪੇ ਗੁਪਤਾ ਆਪੇ ਪ੍ਰਗਟ, ਆਪੇ ਸਭ ਰੰਗ ਮਾਣੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰਹਿ ਫੁਰਮਾਣੈ। ਮੰਗਹਿ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਨ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਜੀ ਹੋਈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਜੀ ਹੋਈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ। ਵਾਹਿਗੁਰੂ ਵਾਹਿਗੁਰੂ।
ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। दंडोत बंदन अनक बार सर्व कला सम्राट सर्व कला सम्राट डोलन तेरा को प्रभु नानक दे कर हथ नानक दे कर हथ आनंद गुणे निदान गुरु गरीब निवाज गरीब निवाज गरीब निवाज। मौली तरती मौले आकाश मौली तरती मौले आकाश मौली तरती मौले आकाश। धरती मौले आकाश मौली धरती मौले आकाश। खट खट मौलिया आत्म परगास खट खट मौलिया आत्म परगास। खट खट मौलिया आदम परगास कट कट मौलिया आदम परगास मौली धरती मौले आकाश मौली धरती मौले आकाश। राजा राम मौलियो आनंद पाए राजा राम मौलियो आनंद पाए जय देखो तेरे आसमाए। जय देखो तेरे आसमाए जय देखो तेरे आसमाए।
ਮੌਲੀ ਧਰਤੀ ਮੌਲੇ ਆਕਾਸ ਖਟ ਖਟ ਮੌਲਿਆ ਆਤਮ ਪ੍ਰਗਾਸ ਖਟ ਖਟ ਮੌਲਿਆ ਆਤਮ ਪ੍ਰਗਾਸ ਮੌਲੀ ਧਰਤੀ ਮੌਲੇ ਆਕਾਸ ਮੌਲੀ ਧਰਤੀ ਮੌਲੇ ਆਕਾਸ ਮੌਲੀ ਧਰਤੀ ਮੌਲੇ ਆਕਾਸ ਦੁਤੀਆ ਮੌਲੇ ਚਾਰ ਵੇਦ ਦੁਤੀਆ ਸਿਮਰਤ ਮੌਲੀ ਸਿਉ ਦੇਵ ਸਿਮਰਤ ਮੌਲੀ ਸਿਉ ਦੇਵ ਸਿਮਰਤ ਮੌਲੀ ਸਿਉ ਦੇਵ ਸਿਮਰਤ ਮੌਲੇ ਸਿਉ ਦੇਵ ਮੌਲੀ ਧਰਤੀ ਮੌਲੇ ਆਕਾਸ ਮੌਲੀ ਧਰਤੀ ਮੌਲੇ ਆਕਾਸ ਕਟ ਕਟ ਮੌਲਿਆ ਆਤਮ ਪ੍ਰਗਾਸ ਕਟ ਕਟ ਮੌਲਿਆ ਆਤਮ ਪ੍ਰਗਾਸ ਮੌਲੀ ਧਰਤੀ ਮੌਲੇ ਆਕਾਸ ਮੌਲੀ ਧਰਤੀ ਮੌਲੇ ਆਕਾਸ ਮੌਲੀ ਧਰਤੀ ਮੌਲੇ ਆਕਾਸ ਸ਼ੰਕਰ ਮੌਲੇ ਜੋਗ ਸ਼ੰਕਰ ਮੌਲਿਓ ਜੋਗ ਪਿਆਰ ਕਬੀਰ ਕੋ ਸੁਆਮੀ ਸਭ ਸਮਾਨ ਕਬੀਰ ਕੋ ਸੁਆਮੀ ਸਭ ਸਮਾਨ ਕਬੀਰ ਕੋ ਸੁਆਮੀ ਸਭ ਸਮਾਨ कबीर को स्वामी साब समान मौली धरती मौले आया का मौली धरती मौले आया का कट कट मौलिया आत्म परगास कट कट मौलिया आत्म परगास मौली धरती मौले आया का मौली धरती मौले आया का
समान कबीर को स्वामी साब समान कबीर को स्वामी साब समान मौली धरती मौले राया कार मौली धरती मौले राया कार कट कट मौलिया आदम बरगार कट कट मौलिया आदम बरगार मौली धरती मौले राया कार मौली धरती मौलेरा मौली धरती मौलेरा मौली धरती मौलेरा हर हर नाम जपंते कछ ना कहे जमका नानक मन तन सुखी होवे अंत मिले गोपाल हर का नाम ते आए कह हो हरे पाई कर्म लिखन दे पाइए ढेर सुहाई बंद बना लिया अमृत फल पाई प्रसाद उपजै लत्ती सब जाई नानक सिमरै एक नाम बिन बाउड़ न ताई नानक सिमरै एक नाम बिन बाउड़ न ताई संत की बार महल पंजवा एको ओंकार सतगुरु प्रसाद हर का नाम ते आई कह हो हरिया पाई कर्म लिखन ते पाइए रुत सुहाई बंद त्रिपण मौले अमृत फल पाई मिल साधु सुख उपजै लथी सब छाई नानक सिमरै एक नाम फिर बौर ना ताई काम क्रोध हर लोभ मोह बिन सजाए अमेव नानक प्रभ शरणागति कर प्रसाद गुरुदेव पंजे बदे मावले कर सच्चा ढोआ अपने चरण जपायन विजय खड़ुआ रो सो मिट गए नित नवान रो तेरा नाम ते आएंदा फिर पाए न मोआ जिसने उपजे नानका सोई फिर होआ जिसने उपजे नानका सोई फिर होआ पंजे बदे महाबली कर सच्चा ढोआ अपने चरण पायन विच देख खड़ोआ रोग सोग सब मिट गए नित नवा नरोआ दिन नाम ध्यान फिर पाई न मोआ जिस ते उपजिया नानका सोई फिर होआ माता की आशीष पूता माता की आशीष पूता माता की आशीष पूता माता की निमक न बिसरो तुमको हर हर सदा पजो जगदीश निमक न बिसरो तुमको हर हर सदा पजो जगदीश माता की आशीष पूता माता की आशीष पूता माता की आशीष